ਸੋ ਸਾਧ ਸੰਗਤ ਜੀਓ, ਅੱਜ ਆਪਾਂ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਅਸ਼ਟਪਦੀ ਨੰਬਰ 11 ਦਾ ਬੰਦ ਨੰਬਰ 5 ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਤੁਹਾਡੇ ਸਾਰਿਆਂ ਕੋਲ ਬਾਣੀ ਦਾ ਪਾਠ ਹੋਏਗਾ, ਤੁਸੀਂ ਉਸ ਨੂੰ ਜ਼ਰੂਰ ਖੋਲ੍ਹ ਲਵੋ ਤਾਂ ਕਿ ਤੁਸੀਂ ਨਾਲ ਦੀ ਨਾਲ ਸਮਝਦੇ ਜਾਓ, ਤੇ ਜਿੱਥੇ ਕਿਤੇ ਮੈਂ ਉਕਾਈ ਕਰਾਂ ਬਾਅਦ ਵਿੱਚ ਤੁਸੀਂ ਮੈਨੂੰ ਵੀ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਨਾ। ਸੋ ਆਪਾਂ ਪਿਛਲੀ ਕਥਾ ਵਿੱਚ ਬੰਦ ਨੰਬਰ 4 ਸਮਝਿਆ ਸੀ, ਜਿਸ ਵਿੱਚ ਗੁਰੂ ਜੀ ਨੇ ਆਪਾਂ ਨੂੰ ਇਹ ਗੱਲ ਸਮਝਾਈ ਸੀ ਕਿ ਪ੍ਰਮਾਤਮਾ ਸਰਬ ਕਲਾ ਸਮਰੱਥ ਹੈ, ਉਹ ਸੰਪੂਰਨ ਸ਼ਕਤੀਮਾਨ ਹੈ। ਉਹੋ ਜੀ ਤਾਕਤ ਕਿਸੇ ਹੋਰ ਕੋਲ ਪੂਰੇ ਬ੍ਰਹਿਮੰਡ ਵਿੱਚ ਨਹੀਂ। ਜਿਵੇਂ ਸਾਨੂੰ ਸ਼ਲੋਕ ਵਿੱਚ ਹੀ ਗੁਰੂ ਜੀ ਨੇ ਸਮਝਾਇਆ ਸੀ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਸੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਕਰਨ ਤੇ ਕਰਾਉਣ ਦੀ ਸਮਰੱਥਾ ਰੱਖਦਾ ਹੈ। ਤੇ ਬੰਦ ਨੰਬਰ 4 ਵਿੱਚ ਉਸ ਮਾਲਕ ਦੀ ਸਮਰੱਥਾ ਦਾ ਜ਼ਿਕਰ ਕਰਦਿਆਂ ਗੁਰੂ ਜੀ ਨੇ ਇਹ ਗੱਲ ਆਖੀ ਸੀ ਵੀ ਉਹ ਇੱਕ ਖਿਣ ਮਾਤਰ ਵਿੱਚ, ਇੱਕ ਛਿਣ ਵਿੱਚ ਕਿਸੇ ਗਰੀਬੜੇ ਜਿਹੇ ਬੰਦੇ ਨੂੰ ਰਾਜ ਭਾਗ ਦੇ ਕੇ ਉਸ ਨੂੰ ਨਿਵਾਜ ਸਕਦਾ ਹੈ, ਦੁਨਿਆਵੀ ਤੌਰ ਤੇ ਵੀ ਤੇ ਅਧਿਆਤਮਕ ਤੌਰ ਤੇ ਵੀ। ਦੁਨਿਆਵੀ ਤੌਰ ਤੇ ਵੀ ਆਪਾਂ ਵੇਖਦੇ ਹਾਂ ਕਿ ਕੱਲ ਕੋਈ ਬੰਦਾ ਜੇਲ੍ਹ ਵਿੱਚ ਹੁੰਦਾ, ਸਿੱਖਾਂ ਦੇ ਪਿੱਛੇ ਬੈਠਾ ਹੁੰਦਾ ਹੈ, ਤੇ ਬਾਹਰ ਆਉਂਦਿਆਂ ਉਹ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਬਣਿਆ ਹੁੰਦਾ ਹੈ। ਇਹ ਮਾਲਕ ਦੀ ਆਪਣੀ ਮੌਜ, ਉਹਦੀ ਖੇਡ ਹੈ। ਤੇ ਅਧਿਆਤਮਕ ਤੌਰ ਤੇ ਵੀ ਉਹ ਲੋਕ ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਕਿ ਤੈਨੂੰ ਅਸੀਂ ਮੰਦਿਰ 'ਚ ਹੀ ਨਹੀਂ ਵੜਨ ਦੇਣਾ, ਜਿਹਨੂੰ ਮੰਦਿਰ 'ਚ ਬੈਠੇ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ, ਜੇ ਉਹ ਚਾਹੇ ਮਾਲਕ ਇੰਨੀ ਸਮਰੱਥਾ ਹੈ ਉਹਦੀ ਕਿ ਉਹ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਉਹਨਾਂ ਹੰਕਾਰੀਆਂ ਤੇ ਨਿੰਦਕਾਂ ਨੂੰ, ਜਿਹੜੇ ਉਹਨੂੰ ਅਖੌਤੀ ਕਹੀ ਜਾਂਦੀ ਨੀਵੀਂ ਜਾਤੀ ਨਾਲ ਜੋੜ ਰਹੇ ਸੀ, ਉਹਨੂੰ ਇਨਸਾਨ ਨਹੀਂ ਸਨ ਸਮਝ ਰਹੇ, ਉਹਨਾਂ ਵੱਲ ਮਾਲਕ ਨੇ ਪਿੱਠ ਕਰ ਲਈ ਤੇ ਨਾਮਦੇਵ ਵੱਲ ਆਪਣਾ ਮੁੱਖ ਕਰ ਲਿਆ। ਸੋ ਅਧਿਆਤਮਕ ਤੌਰ ਤੇ ਵੀ, ਰਾਜਨੀਤਿਕ ਤੌਰ ਤੇ ਵੀ, ਪਰਿਵਾਰਕ ਜਾਂ ਸਮਾਜਿਕ ਤੌਰ ਤੇ ਵੀ ਪਰਮਾਤਮਾ ਕੋਲ ਇੰਨੀ ਵੱਡੀ ਸਮਰੱਥਾ ਹੈ ਕਿ ਉਹ ਇੱਕ ਛਿਣ ਵਿੱਚ ਹੇਠਲੀ ਉੱਤੇ ਲੈ ਆਉਂਦਾ ਹੈ ਤੇ ਉਤਲੀ ਹੇਠਾਂ ਵੀ ਲੈ ਆਉਂਦਾ ਹੈ। ਇਹ ਉਸ ਮਾਲਕ ਦੀ ਆਪਣੀ ਮੌਜ ਹੈ। ਧਰਤੀ ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਿਰਾਵੈ। ਇਹ ਆਪਾਂ ਕੁਛ ਨਹੀਂ ਕਹਿ ਪਾਵਾਂਗੇ ਕਿ ਕਿਸ ਨੂੰ ਉਹਨੇ ਆਕਾਸ਼ ਤੇ ਕੱਲ ਨੂੰ ਚੜਾਉਣਾ ਹੈ ਤੇ ਕਿਸ ਨੂੰ ਚੜ੍ਹੇ ਹੋਏ ਨੂੰ ਥੱਲੇ ਸੁੱਟਣਾ ਹੈ। ਇਹ ਉਹਦੀਆਂ ਉਹ ਜਾਣੇ। ਫਿਰ ਜਿਸ ਮਨੁੱਖ ਨੂੰ ਕੋਈ ਜਰਾ ਜਿੰਨਾ ਵੀ ਸੰਸਾਰ ਵਿੱਚ ਨਹੀਂ ਜਾਣਦਾ ਹੁੰਦਾ, ਉਹਨੂੰ ਇੱਕ ਛਿਣ ਵਿੱਚ 10 ਦਿਸ਼ਾਵਾਂ ਵਿੱਚ ਪ੍ਰਗਟ ਕਰ ਦਿੰਦਾ ਹੈ, ਪ੍ਰਸਿੱਧ ਕਰ ਦਿੰਦਾ ਹੈ। ਫਿਰ ਇੱਕ ਉਹਦੀ ਐਡੀ ਵੱਡੀ ਖੂਬੀ ਦੱਸੀ ਹੈ ਗੁਰੂ ਮਹਾਰਾਜ ਨੇ ਬੰਦ ਨੰਬਰ 4 ਵਿੱਚ, ਕਿ ਜਿਹਦੇ ਉੱਤੇ ਆਪਣੀ ਬਖਸ਼ਿਸ਼ ਕਰ ਦੇਵੇ, ਦੁਬਾਰਾ ਉਹਨੂੰ ਲੇਖਾ ਹੀ ਨਹੀਂ ਪੁੱਛਦਾ, ਉਹਨੇ ਜੋ ਵੀ ਕੀਤਾ ਹੋਵੇ। ਹੈ ਨਾ, ਹੁਣ ਬਾਲਮੀਕ ਵੇਖੋ ਨਾ, ਤੁਸੀਂ ਵੇਖਦੇ ਹੋ, ਜਾਣਦੇ ਹੋ ਸਾਰੇ ਜਣੇ ਵੀ ਉਹ ਕਿਵੇਂ ਰਾਹ ਮਾਰ ਸੀ, ਧਾੜਵੀ ਸੀ, ਤੁਰਿਆਂ ਜਾਂਦਿਆਂ ਦੇ ਕਿਵੇਂ ਕਤਲ ਕਰਦਾ ਸੀ, ਲੇਕਿਨ ਬਖਸ਼ਿਸ਼ ਕਰ ਦਿੱਤੀ, ਉਹਨੂੰ ਲੇਖਾ ਪੁੱਛਿਆ ਹੀ ਨਹੀਂ ਮੁੜ ਕੇ ਵੀ ਤੂੰ ਇੰਨੇ ਮਾੜੇ ਕੰਮ ਕੀਤੇ ਨੇ। ਸੋ ਆਪਾਂ ਨਾ ਪਿੱਛੇ ਜੇ ਗੱਲ ਕਰਦੇ ਸਾਂ ਵੀ ਪਰਮੇਸ਼ਵਰ ਦੀ ਜਿਹੜੀ ਬਖਸ਼ਿਸ਼ ਹੈ ਨਾ, ਉਹ ਸਾਡੇ ਗੁਨਾਹਾਂ ਤੋਂ ਬਹੁਤ ਵੱਡੀ ਹੈ। ਸਾਡੇ ਗੁਨਾਹ ਬਹੁਤ ਛੋਟੇ ਨੇ, ਬਹੁਤ ਥੋੜੇ ਨੇ, ਹੋਰ ਬੇਸ਼ੱਕ ਕਰ ਲਵੋ ਉਹ ਤਾਂ ਵੀ ਬਖਸ਼ ਦੇਗਾ। ਉਹਦੀ ਬਖਸ਼ਿਸ਼ ਹੀ ਨਹੀਂ। ਮੇਰਾ ਮਤਲਬ ਇਹ ਨਹੀਂ ਵੀ ਆਪਾਂ ਗੁਨਾਹ ਕਰਨ ਤੁਰ ਪਈਏ, ਇਹ ਨਹੀਂ ਮੇਰਾ ਮਤਲਬ। ਮੇਰਾ ਮਤਲਬ ਹੈ ਕਿ ਜਿੰਨੇ ਵੀ ਮਰਜ਼ੀ ਹੋਣ,
ਤੇ ਬਖਸ਼ਣ ਨੂੰ, ਜੇ ਬਖਸ਼ਣ ਤੇ ਆਵੇ ਤੇ ਨਾ ਤੇ ਉਹ ਕਿਸੇ ਨੂੰ ਪੁੱਛਣ ਜਾਂਦਾ ਵੀ ਮੈਂ ਇਸ ਬੰਦੇ ਨੂੰ ਬਖਸ਼ ਦਿਆਂ ਕਿ ਨਾ ਬਖਸ਼ ਦਿਆਂ, ਬਸ ਉਹਨੂੰ ਜਿਹੜਾ ਭਾ ਗਿਆ ਭਾ ਗਿਆ। ਸੋ ਇਹ ਉਹਦੀ ਵੱਡੀ ਸਮਰੱਥਾ ਹੈ ਕਿ ਬਖਸ਼ਣ ਲੱਗਿਆਂ ਦੇਰੀ ਨਹੀਂ ਕਰਦਾ ਤੇ ਬਹੁਰ ਨਾ ਲੇਖਾ ਪੁੱਛ ਬੁਲਾਇਆ। ਫਿਰ ਕਦੀ ਉਹ ਦੁਬਾਰਾ ਉਸ ਬੰਦੇ ਨੂੰ ਸੱਦ ਕੇ ਲੇਖਾ ਵੀ ਨਹੀਂ ਪੁੱਛਦਾ ਵੀ ਤੂੰ ਕੀਤਾ ਕੀ ਹੈ, ਇਹ ਨਹੀਂ ਪੁੱਛਦਾ, ਬਸ ਬਖਸ਼ਿਸ਼ ਕਰ ਦਿੱਤੀ ਕਰ ਦਿੱਤੀ। ਇਹ ਉਹਦੀ ਸਮਰੱਥਾ ਦਾ ਵਰਣਨ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤਾ। ਫਿਰ ਦੱਸਿਆ ਕਿ ਵੇਖੋ ਉਸ ਮਾਲਕ ਨੇ ਨਾ ਇਹ ਕਰੋੜਾਂ ਬ੍ਰਹਿਮੰਡ ਸਾਜੇ ਨੇ। ਤੇ ਅਸੀਂ ਨਾ ਪਿਛਲੀ ਕਿਸੇ ਕਥਾ ਵਿੱਚ ਗੱਲ ਕਰ ਰਹੇ ਸਾਂ ਕਿ ਇੱਕ ਤੇ ਆ ਇਹ ਧਰਤੀ ਜਿੱਥੇ ਅਸੀਂ ਰਹਿੰਦੇ ਹਾਂ, ਇਹ ਧਰਮਸ਼ਾਲਾ, ਇਹਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਹੈ। ਤੇ ਜਪਜੀ ਸਾਹਿਬ ਵਿੱਚ ਹੀ ਨਾ ਕੇਤੀਆਂ ਕਰਮ ਭੂਮੀ ਦੀ ਗੱਲ ਕੀਤੀ ਹੋਈ ਹੈ। ਕਰਮ ਕਮਾਉਣ ਵਾਲੀਆਂ ਧਰਤੀਆਂ ਪਤਾ ਨਹੀਂ ਕਿੰਨੀਆਂ ਕੁ ਨੇ। ਅਸੀਂ ਅਜੇ ਸਾਇੰਸ ਨੂੰ ਅਜੇ ਸ਼ੱਕ ਹੈ, ਉਹ ਕਹਿੰਦੇ ਨੇ ਹੋ ਸਕਦਾ ਹੈ ਕਿ ਹੋਰ ਥਾਵਾਂ ਤੇ ਵੀ ਜੀਵ ਵੱਸਦੇ ਹੋਣ, ਸਾਡੇ ਜਿਹੀ ਜ਼ਿੰਦਗੀ ਹੋਵੇ। ਲੇਕਿਨ ਗੁਰੂ ਨਾਨਕ ਸਾਹਿਬ ਦਾ ਤੇ ਵਿਸ਼ਵਾਸ ਪੱਕਾ ਹੀ ਹੈ ਵੀ ਇਹ ਕਰਮ ਕਮਾਉਣ ਵਾਲੀਆਂ ਧਰਤੀਆਂ 1 2 4 ਨਹੀਂ, ਕਰੋੜਾਂ ਅਰਬਾਂ ਦੀ ਗਿਣਤੀ ਵਿੱਚ ਨੇ, ਯਾਨੀ ਗਿਣਤੀ ਤੋਂ ਬਾਹਰ ਦੀਆਂ ਗੱਲਾਂ ਨੇ। ਇੰਨੀਆਂ ਧਰਤੀਆਂ ਨੇ, ਇੰਨੇ ਸੌਰ ਮੰਡਲ ਨੇ ਜਿੱਥੇ ਮਾਲਕ ਦੇ ਪੈਦਾ ਕੀਤੇ ਹੋਏ ਜਿਹੜੇ ਜੀਵ ਨੇ ਉਹ ਆਪਣੇ ਕਰਮ ਕਮਾਉਂਦੇ ਨੇ। ਤੇ ਅਚਰਜਤਾ ਵਾਲੀ ਗੱਲ ਇਹ ਆ, ਕਰਮ ਕਮਾਉਣ ਵਾਲੀ ਗੱਲ ਅਚਰਜ ਵਾਲੀ ਨਹੀਂ ਹੈ ਕਿ ਉਹ ਇਹਨਾਂ ਸਾਰਿਆਂ ਵਿੱਚ ਵਸਿਆ ਹੋਇਆ। ਉਹ ਚੋਰ ਵਿੱਚ ਵੀ ਹੈ, ਉਹ ਚੋਰੀ ਕਰਨ ਤੁਰਿਆ ਜਾ ਰਿਹਾ, ਉਹਦੇ 'ਚ ਵੀ ਉਹ ਹੀ ਜਾ ਰਿਹਾ ਨਾਲ। ਤੇ ਕੋਈ ਸਾਧੂ ਲੋਕ ਭਲਾਈ ਲਈ, ਚੋਰਾਂ ਨੂੰ ਭਲੇ ਪਾਸੇ ਲਾਉਣ ਲਈ ਤੁਰਿਆ ਜਾ ਰਿਹਾ, ਤੇ ਉਹਦੇ ਵਿੱਚ ਵੀ ਉਹ ਹੀ ਜਾ ਰਿਹਾ। ਆਹ ਹੈਰਾਨਗੀ ਵਾਲੀ ਗੱਲ ਹੈ। ਵੇਖੋ ਤੇ ਸਹੀ, ਕਦੀ ਇਸ ਤਰ੍ਹਾਂ ਸੋਚ ਕੇ ਤੁਸੀਂ ਵੇਖੋ, ਇੱਕ ਕਾਤਲ ਹੈ, ਇੱਕ ਮਕਤੂਲ ਜਿਹਨੂੰ ਕਹਿੰਦੇ ਨੇ ਕਤਲ ਹੋਣ ਵਾਲਾ। ਹੁਣ ਗੁਰੂ ਸਾਹਿਬ ਆਂਦੇ ਨੇ ਦੋਵਾਂ 'ਚ ਹੀ ਉਹ ਬੈਠਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜਾ ਰਹੇ ਨੇ, ਕਤਲ ਹੋਣ ਜਾ ਰਹੇ ਨੇ, ਤੇ ਕੋਈ ਤਲਵਾਰ ਚੁੱਕ ਕੇ ਉਹਨਾਂ ਨੂੰ ਕਤਲ ਕਰਨ ਆ ਰਿਹਾ, ਤੇ ਗੁਰੂ ਜੀ ਕਹਿੰਦੇ ਨੇ ਦੋਵਾਂ 'ਚ ਹੀ ਉਹ ਹੈ। ਵੇਖੋ ਇੱਥੇ ਵਿਸਰ ਗਈ ਸਭ ਤਾਤ ਪਰਾਈ। ਇੱਥੇ ਜਾ ਕੇ ਤਾਤ ਮੁੱਕਦੀ ਹੈ। ਜਦੋਂ ਬੰਦਾ ਉਸ ਅਵਸਥਾ ਵਿੱਚ ਪਹੁੰਚ ਜਾਏ ਫਿਰ ਸਾਰੀ ਈਰਖਾ ਮੁੱਕ ਜਾਂਦੀ ਏ। ਸਾਰਿਆਂ ਵਿੱਚੋਂ, ਕਤਲ ਹੋਣ ਵਾਲੇ ਵਿੱਚੋਂ ਵੀ ਤੇ ਕਤਲ ਕਰਨ ਵਾਲੇ ਵਿੱਚੋਂ ਵੀ ਰੱਬ ਹੀ ਨਜ਼ਰ ਆਉਂਦਾ ਹੈ। ਇਹ ਗੁਰੂਆਂ ਦੀ ਅਵਸਥਾ ਸੀ, ਇਹ ਉਹਨਾਂ ਮਹਾਂਪੁਰਸ਼ਾਂ ਦੀ ਅਵਸਥਾ ਜਿਹੜੇ ਇਹ ਬਚਨ ਲਿਖ ਕੇ ਸਾਨੂੰ ਦੇ ਗਏ ਨੇ। ਤੇ ਅਸੀਂ ਤਾਂ ਸਿਰਫ ਇਹਨਾਂ ਨੂੰ ਖਰੇ ਹਜ਼ਾਰਾਂ ਵਾਰੀ ਪੜ੍ਹ ਕੇ ਅੱਗੇ ਲੰਘਿਆ। ਮੈਂ ਤਾਂ ਹੀ ਕਹਿੰਦਾ ਹੁੰਦਾ ਇਹਨੂੰ ਇਸ ਤਰ੍ਹਾਂ ਨਾ, ਪਲੀਜ਼ ਇਸ ਤਰ੍ਹਾਂ ਨਾ ਪੜ੍ਹੋ, ਇਹਨੂੰ ਰੁਕ ਕੇ ਪੜ੍ਹੋ। ਵੇਖੋ ਹਰ ਸ਼ਬਦ 'ਚ ਗੁਰੂ ਜੀ ਨੇ ਰਹਾਉ ਪਾਇਆ ਹੋਇਆ ਹੈ, ਤੇ ਰਹਾਉ ਦਾ ਦੂਜਾ ਕੋਈ ਮਤਲਬ ਨਹੀਂ, ਇੱਕੋ ਹੀ ਮਤਲਬ ਹੈ ਠਹਿਰ ਜਾਓ ਭਾਈ, ਅੱਗੇ ਨਾ ਭੱਜੀ ਜਾਓ। ਇਹਨੂੰ ਸਮਝੋ, ਪਹਿਲਾਂ ਸਮਝ ਕੇ ਵਿਚਾਰ ਕੇ ਫਿਰ ਵੇਖੋ ਕਿ ਕਿੱਥੋਂ ਕੁ ਤੱਕ ਮੇਰੇ ਉੱਤੇ ਚੀਜ਼ਾਂ ਘਟਦੀਆਂ ਨੇ, ਘਟਦੀਆਂ ਵੀ ਨੇ ਕਿ ਨਹੀਂ ਘਟਦੀਆਂ। ਨਹੀਂ ਘਟਦੀਆਂ ਤੇ ਯਤਨ ਕਰੀਏ, ਕੋਸ਼ਿਸ਼ ਕਰੀਏ। ਜੇ ਘਟਦੀਆਂ ਨੇ ਤੇ ਬੜੀ ਚੰਗੀ ਗੱਲ ਹੈ। ਸੋ ਇਹ ਸੀ ਵੀ ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਮਾਲਕ ਦੀ ਜੋਤ ਸਾਰਿਆਂ ਜੀਵਾਂ ਵਿੱਚ, ਮਾੜੇ ਵਿੱਚ ਵੀ, ਚੰਗੇ ਵਿੱਚ ਵੀ, ਬੁਰੇ 'ਚ ਵੀ, ਭਲੇ 'ਚ ਵੀ, ਅਮੀਰ 'ਚ ਵੀ, ਗਰੀਬ 'ਚ ਵੀ, ਗੁਲਾਮ ਵਿੱਚ ਵੀ, ਰਾਜੇ ਵਿੱਚ ਵੀ, ਉਹ ਆਪ ਮਾਲਕ ਬੈਠਾ ਹੋਇਆ ਹੈ। ਇਹ ਉਸ ਦੀ ਸਮਰੱਥਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਦਰਸਾਈ ਹੈ। ਫਿਰ ਆਖਦੇ ਨੇ ਇੱਕ ਹੋਰ ਹੈਰਾਨਗੀ ਵਾਲੀ ਗੱਲ ਹੈ ਵੀ ਆਪਣੀ ਬਣਤ ਆਪ ਬਣਾਈ। ਇਸ ਤਰ੍ਹਾਂ ਦੀ ਬਣਤ ਵੀ ਤੂੰ ਆਪ ਹੀ ਬਣਾਈ ਹੈ ਨਾ। ਵੇਖੋ ਉਹਨੂੰ ਕਿਸੇ ਨੇ ਸਲਾਹ ਨਹੀਂ ਦਿੱਤੀ, ਕਿਸੇ ਤੋਂ ਉਹਨੇ ਸਲਾਹ ਨਹੀਂ ਪੁੱਛੀ। ਇਸ ਤਰ੍ਹਾਂ ਦਾ ਖੇਡ, ਇਸ ਤਰ੍ਹਾਂ ਦੀ ਰਚਨਾ ਮਾਲਕ ਨੇ ਰਚ ਦਿੱਤੀ ਏ, ਕਿਆ ਹੈਰਾਨ ਕਰ ਦੇਣ ਵਾਲੀ ਏ। ਇਸੇ ਲਈ ਆਖਿਆ ਨਾਨਕ ਜੀਵੈ ਦੇਖ ਵਡਾਈ। ਹੇ ਵਾਹਿਗੁਰੂ ਜੀ, ਮੈਂ ਤੇ ਤੇਰੀ ਵਡਿਆਈ, ਮੈਂ ਤੇ ਤੇਰੀ ਸਿਫਤ, ਤੇਰਾ ਇਹ ਕੁਝ ਵੇਖ ਕੇ ਹੀ ਜਿਉਂਦਾ ਹਾਂ। ਤੇ ਮੈਂ ਅਸਲ 'ਚ ਜਿਉਂਦਾ ਹੀ ਤੇਰੀ ਸਿਫਤ ਕਰਨ ਲਈ ਹਾਂ, ਤੇਰੇ ਗੁਣ ਗਾਨ ਕਰਨ ਲਈ ਹੀ ਮੈਂ ਜਿਉਂਦਾ ਹਾਂ। ਬਸ ਮੈਨੂੰ ਹੋਰ ਕੋਈ ਕੰਮ ਨਜ਼ਰ ਹੀ ਨਹੀਂ ਆ ਰਿਹਾ। ਮੈਂ ਜਿੱਧਰ ਵੇਖਦਾ ਤੇਰੀ ਅਚਰਜ ਲੀਲਾ ਵਾਪਰਦੀ ਹੋਈ ਮੈਨੂੰ ਨਜ਼ਰ ਆਉਂਦੀ ਹੈ।
ਕਿਵੇਂ ਕਿਵੇਂ ਜੀਵ ਰਾਤ ਦਿਨ ਕੁਛ ਚੰਗੇ ਪਾਸੇ ਦੌੜੇ ਜਾ ਰਹੇ ਨੇ, ਕੁਛ ਮਾੜੇ ਪਾਸੇ ਦੌੜੇ ਜਾ ਰਹੇ ਨੇ। ਜਿਸ ਤਰ੍ਹਾਂ ਆਖੀਏ ਕੋਈ ਵਾਹੁਦਾਈ ਪੂਰਬ ਨੂੰ ਭੱਜੇ ਜਾਂਦੇ ਨੇ, ਕੋਈ ਹੋਰ ਜ਼ੋਰ ਨਾਲ ਪੱਛਮ ਨੂੰ ਭੱਜੇ ਜਾਂਦੇ ਨੇ। ਇਹ ਉਹਦੀ ਖੇਡ ਹੈ, ਇਹ ਉਹਦੀ ਮੂਵੀ ਬਣਾਈ ਹੋਈ ਚੱਲ ਰਹੀ ਹੈ, ਜਿਸ ਨੂੰ ਆਪਾਂ ਸਾਰੇ ਵੇਖ ਰਹੇ ਹਾਂ। ਕੇਵਲ ਵੇਖ ਨਹੀਂ ਰਹੇ, ਆਪਾਂ ਇਹਦੇ ਵਿੱਚ ਰੋਲ, ਆਪਣਾ ਪਾਰਟ ਵੀ ਅਦਾ ਕਰਦੇ ਹਾਂ ਪਏ। ਤੇ ਮੇਰਾ ਇਹ ਵਿਚਾਰ ਹੈ ਕਿ ਸਾਨੂੰ ਜਿਹੜਾ ਇਹ ਪਾਰਟ ਸਾਨੂੰ ਮਿਲਿਆ ਹੈ ਨਾ, ਉਹ ਠੀਕ ਢੰਗ ਨਾਲ ਹੀ ਅਦਾ ਕਰੀਏ। ਮੈਂ ਆਪਣਾ ਤੇ ਤੁਸੀਂ ਆਪਣਾ। ਵੇਖੋ ਮੂਵੀ ਦੇ ਵਿੱਚ ਨਾ ਜ਼ਰੂਰੀ ਨਹੀਂ ਕਿ ਅਮੀਰ ਨੂੰ ਹੀ ਅਮੀਰ ਦਾ ਰੋਲ ਮਿਲਣਾ ਹੈ। ਹੋ ਸਕਦਾ ਅਮੀਰ ਨੂੰ ਗਰੀਬੀ ਵਾਲਾ ਰੋਲ ਮਿਲ ਜਾਏ, ਤੇ ਜ਼ਰੂਰੀ ਨਹੀਂ ਗਰੀਬ ਨੂੰ ਅਮੀਰ ਦਾ ਰੋਲ ਮਿਲਣਾ ਹੈ, ਗਰੀਬ ਨੂੰ ਗਰੀਬ ਦਾ ਰੋਲ ਮਿਲਣਾ ਹੈ। ਗਰੀਬ ਨੂੰ ਹੋ ਸਕਦਾ ਮੂਵੀ 'ਚ ਬਾਦਸ਼ਾਹ ਵਿਖਾਇਆ ਗਿਆ ਹੋਵੇ। ਸੋ ਇਹ ਮਾਲਕ ਦੀ ਆਪਣੀ ਮੌਜ ਹੈ, ਕਿਹਨੂੰ ਉਹਨੇ ਕਿਹੜਾ ਰੋਲ ਦੇਣਾ ਸੀ, ਕਿਹੜਾ ਪਾਰਟ ਦੇਣਾ ਸੀ, ਉਹਨੇ ਦਿੱਤਾ ਹੋਇਆ। ਲੇਕਿਨ ਹਰ ਪਾਤਰ ਦਾ ਇੱਕ ਫਰਜ਼ ਬਣਦਾ ਹੈ, ਜਿਹੜਾ ਰੋਲ ਉਸ ਨੂੰ ਮਿਲਿਆ ਹੈ ਉਸ ਰੋਲ ਨੂੰ ਉਹ ਠੀਕ ਢੰਗ ਨਾਲ ਨਿਭਾਏ। ਬਸ ਚੋਰ ਹੈ ਤੇ ਠੀਕ ਢੰਗ ਨਾਲ ਚੋਰੀ ਕਰੇ, ਸਾਧ ਹੈ ਤੇ ਠੀਕ ਢੰਗ ਨਾਲ ਸਾਧੂਪੁਣਾ ਕਰੇ, ਹੈ ਨਾ। ਹਰ ਬੰਦਾ ਠੀਕ ਢੰਗ ਨਾਲ ਕੰਮ ਕਰੇ। ਵੇਖੋ ਚੋਰ ਨੂੰ ਚਾਹੀਦਾ ਗਰੀਬ ਮਾਰ ਨਾ ਕਰੇ। ਗੁਰੂ ਨਾਨਕ ਸਾਹਿਬ ਨੇ 3 ਬਚਨ ਦਿੱਤੇ ਸੀ ਉਸ ਜਿਹਦਾ ਨਾਂ ਸੀ ਭੂਮੀਆਂ ਕਰਕੇ ਚੋਰ ਹੋਇਆ ਇੱਕ। ਉਹਨੂੰ ਆਖਿਆ ਸੀ ਭਾਈ ਤੂੰ ਕਿਸੇ ਨਾਲ ਨਾ ਗਰੀਬ ਮਾਰ ਨਾ ਹੋਣ ਦੇਈਂ। ਬਸ ਗਰੀਬ ਮਾਰ ਜਿੱਦਣ ਕਰਨੋਂ ਮਨੁੱਖ ਹਟ ਗਿਆ, ਸਮਝੋ ਪੂਰੀ ਧਰਤੀ ਉੱਤੇ ਨਾ ਸ਼ਾਂਤੀ ਵਾਪਰ ਜਾਏਗੀ। ਸਾਰੇ ਲੋਕ ਸੁੱਖ ਨਾਲ ਵਸਣਗੇ। ਕਿਸੇ ਨੂੰ ਰਾਤ ਨੂੰ ਤਾਲੇ ਅੰਦਰੋਂ ਬੰਦ ਕਰਕੇ ਸੌਣ ਦੀ ਲੋੜ ਨਾ ਪਏਗੀ। ਖੁੱਲੇ ਦਰਵਾਜ਼ੇ ਛੱਡ ਕੇ ਸੌਂ ਜਾਇਆ ਕਰਾਂਗੇ ਵੀ ਕੋਈ ਮਾੜਾ ਹੈ ਹੀ ਨਹੀਂ ਹੁਣ, ਤੇ ਕਿਹਦੇ ਤੋਂ ਲੋਕ ਕਰਨਾ ਘਰ ਅਸੀਂ। ਪਰ ਵੇਖੋ ਇਹ ਬੰਦੇ ਤੋਂ ਹੀ ਬੰਦਾ ਡਰਿਆ ਹੋਇਆ ਹੈ, ਬੰਦੇ ਤੋਂ ਹੀ ਬੰਦਾ ਏਡੇ ਏਡੇ ਵੱਡੇ ਤਾਲੇ ਲਗਾ ਰਿਹਾ ਹੈ, ਬੰਦੇ ਤੋਂ ਹੀ ਬੰਦੇ ਨੇ ਘਰਾਂ 'ਚ ਗਨਸ ਰੱਖੀਆਂ ਹੋਈਆਂ ਨੇ ਬੰਦੇ ਨੂੰ ਮਾਰਨ ਲਈ। ਬੰਦਾ ਤਿਆਰ ਹੋਇਆ ਬੈਠਾ। ਸੋ ਇਹ ਕਦੋਂ ਮਨੁੱਖ ਸਮਝੇਗਾ? ਮੈਨੂੰ ਨਹੀਂ ਲੱਗਦਾ ਸਮਝੇਗਾ। ਪਰ ਮੈਂ ਇਸ ਗੱਲ ਤੇ ਸਹਿਮਤ ਹਾਂ ਕਿ ਇਹ ਮਾਲਕ ਦੀ ਆਪਣੀ ਹੀ ਮੌਜ ਹੈ। ਉਸ ਨੇ ਇਸੇ ਤਰ੍ਹਾਂ ਦੀ ਰਚਨਾ ਰਚੀ, ਇਸੇ ਤਰ੍ਹਾਂ ਹੀ ਬਣਤ ਬਣਾਈ ਏ। ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਬਸ ਆਹੀ ਹੈਰਾਨ ਕੁਨ ਇੱਕ ਖੇਡ ਏ ਜਿਹਦੇ ਬਾਰੇ ਸਮਝ ਹੀ ਨਹੀਂ ਆ ਰਹੀ ਸਾਨੂੰ, ਕਿ ਇੱਕ ਜਾ ਰਹੇ ਨੇ, ਇੱਕ ਆਪਣੇ ਆਪ ਨੂੰ ਸਦਾ ਰਹਿਣ ਵਾਲਾ ਮੰਨੀ ਬੈਠੇ ਨੇ। ਸੋ ਕੋਸ਼ਿਸ਼ ਕੀਤੀ ਜਾਏ ਕਿ ਅਸੀਂ ਗੁਰਬਾਣੀ ਦੇ, ਗੁਰਮਤ ਦੇ ਹੋਰ ਨੇੜੇ ਹੋ ਕੇ ਇਸ ਨੂੰ ਠੀਕ ਢੰਗ ਨਾਲ ਸਮਝ ਕੇ ਤੇ ਆਪਣੇ ਜੀਵਨ ਨੂੰ ਚੰਗਾ ਬਣਾਈਏ, ਤੇ ਆਪਣਾ ਜਿਹੜਾ ਸਾਨੂੰ ਰੋਲ ਮਾਲਕ ਨੇ ਦਿੱਤਾ ਹੈ ਉਸ ਨੂੰ ਠੀਕ ਢੰਗ ਨਾਲ ਨਿਭਾ ਪਾਈਏ। ਪਿਤਾ ਨੂੰ ਚਾਹੀਦਾ ਪਿਤਾ ਵਾਲਾ ਰੋਲ ਠੀਕ ਨਿਭਾਏ, ਪੁੱਤਰ ਨੂੰ ਚਾਹੀਦਾ ਆਪਣੇ ਪੁੱਤਰ ਵਾਲਾ ਰੋਲ ਠੀਕ ਨਿਭਾਏ, ਪਤਨੀ ਨੂੰ ਚਾਹੀਦਾ ਉਹ ਵਫਾਦਾਰ ਬਣ ਕੇ ਰਵੇ, ਪਤੀ ਨੂੰ ਚਾਹੀਦਾ ਉਹ ਵੀ ਕੁਤਾਈ ਨਾ ਕਰੇ, ਉਹ ਵੀ ਠੀਕ ਢੰਗ ਨਾਲ ਆਪਣੀ ਜ਼ਿੰਦਗੀ ਜੀਵੇ ਤੇ ਦੂਜਿਆਂ ਨੂੰ ਜੀਣ ਦੇਵੇ। ਸੋ ਇਹ ਸਾਨੂੰ ਸਭਨਾਂ ਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ। ਅਧਿਆਪਕ ਦੇ ਕੁਝ ਆਪਣੇ ਫਰਜ਼ ਨੇ ਕਿ ਉਹ ਬੱਚਿਆਂ ਨੂੰ ਠੀਕ ਢੰਗ ਨਾਲ ਵਿੱਦਿਆ ਦੇਵੇ। ਬੱਚਿਆਂ ਦਾ ਆਪਣਾ ਇੱਕ ਫਰਜ਼ ਹੈ ਕਿ ਉਹ ਠੀਕ ਢੰਗ ਨਾਲ ਆਪਣਾ ਹੋਮਵਰਕ ਤੇ ਕਲਾਸ ਵਰਕ ਕਰਿਆ ਕਰਨ। ਜੇ ਉਹ ਨਹੀਂ ਕਰਨਗੇ ਤੇ ਫਿਰ ਬਈ ਅਧਿਆਪਕ ਦਾ ਕੋਈ ਦੋਸ਼ ਨਹੀਂ ਹੋਏਗਾ। ਗੁਰੂ ਨਾਨਕ ਸਾਡੇ ਟੀਚਰ ਬਣ ਕੇ ਆਏ ਸੰਸਾਰ ਵਿੱਚ, ਸਾਨੂੰ ਉਹ ਕੁਝ ਹੋਮਵਰਕ ਦੇ ਕੇ ਗਏ ਨੇ, ਹੈ ਨਾ। ਆ ਜਿਹੜਾ ਆਪਾਂ ਬਾਣੀ ਪੜ੍ਹਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਇਹ ਸਾਰਾ ਹੀ ਹੋਮਵਰਕ ਜੇ ਸਾਡਾ। ਅਸੀਂ ਇਹਨੂੰ ਕਿਸੇ ਹੋਰ ਢੰਗ ਨਾਲ ਅਖੰਡਾਂ ਪਾਠਾਂ 'ਚ ਤੇ ਹੋਰ ਢੰਗ ਨਾਲ ਇਹਨੂੰ, ਅਸਲ 'ਚ ਇਸ ਲਈ ਨਹੀਂ ਸੀ ਗੁਰੂ ਮਹਾਰਾਜ ਨੇ ਐਡਾ ਵੱਡਾ ਖਜ਼ਾਨਾ ਸਾਨੂੰ ਦਿੱਤਾ। ਇਹ ਤੇ ਸਾਰਾ ਹੀ ਹੋਮਵਰਕ ਸੀ ਵੀ ਤੁਸੀਂ ਇਹ ਕੰਮ ਕਰਨਾ ਹੈ ਜ਼ਿੰਦਗੀ ਆਪਣੀ 'ਚ, ਜਿਹੜਾ ਮੈਂ ਤੁਹਾਨੂੰ ਲਿਖ ਕੇ ਦੇ ਚੱਲਿਆ। ਅਸਾਈਨਮੈਂਟ ਨਹੀਂ ਹੁੰਦਾ ਕਲਾਸ 'ਚ ਦਿੱਤਾ ਹੁੰਦਾ, ਲਿਖ ਕੇ ਦੇ ਦਿੰਦੇ ਨੇ ਵੀ ਕੱਲ੍ਹ ਨੂੰ ਜਾਂ ਅਗਲੇ ਦਿਨ, ਅਗਲੇ ਹਫ਼ਤੇ, ਅਗਲੇ ਮਹੀਨੇ ਆਹ ਤੁਹਾਡੇ ਤੋਂ ਵੇਖਣਾ, ਮੈਂ ਸੁਣਨਾ, ਲੈਣਾ ਕੰਮ ਇਹ। ਤੇ ਗੁਰੂ ਸਾਹਿਬ ਸਾਨੂੰ ਲਿਖ ਕੇ ਹੋਮਵਰਕ ਦੇ ਗਏ ਸੀ, ਤੇ ਅਸੀਂ ਇਹ ਹੋਮਵਰਕ ਦੂਜਿਆਂ ਨੂੰ ਦੇ ਦਿੱਤਾ ਵੀ ਤੁਸੀਂ ਪੜ੍ਹ ਦਿਓ ਤੇ ਤੁਹਾਨੂੰ ਅਸੀਂ ਪੈਸੇ ਦੇ ਦਿਆਂਗੇ, ਹੈ ਨਾ। ਇਸ ਤਰ੍ਹਾਂ ਹੋਮਵਰਕ ਹੋਣਾ ਤੇ ਨਹੀਂ, ਇਸ ਤਰ੍ਹਾਂ ਨਹੀਂ ਹੋਣ ਵਾਲਾ ਇਹ ਹੋਮਵਰਕ।
ਸੋ ਆਪਾਂ ਠੀਕ ਢੰਗ ਨਾਲ ਕਰੀਏ, ਮੈਂ ਵੀ ਤੁਸੀਂ ਵੀ, ਆਪਾਂ ਸਾਰੇ। ਚਲੋ ਆਪਾਂ ਹੁਣ ਬੰਦ ਨੰਬਰ 5 ਸ਼ੁਰੂ ਕਰਦੇ ਹਾਂ। ਇਸ ਵਿੱਚ ਗੁਰੂ ਸਾਹਿਬ ਨੇ ਨਾ ਜਿਵੇਂ ਬੰਦ ਨੰਬਰ 4 ਵਿੱਚ ਪਰਮਾਤਮਾ ਦੀ ਸਮਰੱਥਾ ਵਿਖਾਈ ਹੈ, ਤੇ ਬੰਦ ਨੰਬਰ 5 ਵਿੱਚ ਜੀਵ ਦੀ ਅਸਮਰੱਥਾ ਵਿਖਾਈ ਹੈ। ਤੁਸੀਂ ਇਸ ਢੰਗ ਨਾਲ ਵੇਖੋ, ਬਾਣੀ ਨੂੰ ਜਦੋਂ ਸਮਝੋਗੇ ਨਾ ਤੇ ਕਿੰਨਾ ਬਾਣੀ ਪੜ੍ਹਨ ਦਾ ਸਮਝਣ ਦਾ ਆਨੰਦ ਆਏਗਾ। ਪਿਛਲੇ ਬੰਦ ਵਿੱਚ ਰੱਬ ਕਿੰਨਾ ਸਮਰੱਥ ਹੈ, ਉਹ ਕੀ ਕੁਝ ਨਹੀਂ ਕਰ ਸਕਦਾ, ਹਰ ਚੀਜ਼ ਕਰ ਸਕਦਾ, ਜੋ ਚਾਹੇ ਕਰ ਸਕਦਾ। ਖਿਨ ਮੈਂ ਨੀਚ ਕੀਟ ਕੋ ਰਾਜ ਦੇ ਸਕਦਾ। ਤੇ ਬੰਦ ਨੰਬਰ 5 ਵਿੱਚ ਇਸ ਕਾ ਬਲ ਨਾਹੀ ਇਸ ਹਾਥ। ਹੁਣ ਜੀਵ ਦੀ ਗੱਲ ਹੋਣ ਲੱਗੀ ਹੈ। ਆ ਜਿਹੜੀ ਸਾਨੂੰ ਸੱਤਾ ਮਿਲੀ ਹੈ ਨਾ, ਸੱਤਾ ਤੋਂ ਮਤਲਬ ਰਾਜਨੀਤਿਕ ਨਹੀਂ, ਸੱਤਾ ਤੋਂ ਮਤਲਬ ਹੁੰਦਾ ਜਿਹੜੀ ਸਾਨੂੰ ਸ਼ਕਤੀ ਰੱਬ ਨੇ ਦਿੱਤੀ ਹੈ, ਬੋਲਣ ਦੀ, ਚੱਲਣ ਦੀ, ਕੁਛ ਕਰਨ ਦੀ, ਕੁਛ ਖਾਣ ਪੀਣ ਦੀ, ਕੁਛ ਸਾਡਾ ਅੰਦਰ ਪਚਨ ਪਚਾਉਣ ਦੀ। ਇਹ ਸਾਰੀ ਸ਼ਕਤੀ ਰੱਬ ਨੇ ਦਿੱਤੀ। ਅਸੀਂ ਅੱਖਾਂ ਨਾਲ ਵੇਖ ਰਹੇ ਹਾਂ, ਕੰਨਾਂ ਨਾਲ ਸੁਣ ਰਹੇ ਹਾਂ, ਇਹ ਸਾਰੀ ਸ਼ਕਤੀ ਰੱਬ ਦੀ ਹੈ। ਇਸ ਕਾ ਬਲ, ਇਸ ਜੀਵ ਦਾ ਬਲ ਨਾ ਹੀ ਇਸ ਹਾਥ, ਇਹਦੇ ਹੱਥ ਵਿੱਚ ਨਹੀਂ ਹੈ ਭਾਈ, ਇਹ ਕਿਸੇ ਵੱਲੋਂ ਮਿਲਿਆ ਹੋਇਆ ਹੈ। ਤੇ ਸਾਨੂੰ ਪਤਾ ਚਾਹੀਦਾ ਕੀ ਹੈ ਕਿ ਪਹਿਲਾਂ ਤੇ ਇਸ ਗੱਲ ਨੂੰ ਸਮਝ ਲਈਏ ਭਈ ਇਹ ਜਿਹੜਾ ਬਲ ਹੈ ਨਾ ਸਾਡੇ ਕੋਲ ਸੁਣਨ ਦਾ, ਮੈਂ ਬੋਲ ਰਿਹਾ ਤੁਸੀਂ ਸੁਣ ਰਹੇ ਹੋ, ਮੇਰੇ ਕੋਲ ਹੁਣ ਬੋਲਣ ਦਾ ਬਲ ਹੈ ਤੇ ਤੁਹਾਡੇ ਕੋਲ ਸੁਣਨ ਦਾ ਬਲ ਹੈ। ਜੇ ਤੁਹਾਡੇ ਕੋਲ ਸੁਣਨ ਦਾ ਬਲ ਨਾ ਹੋਵੇ, ਕੰਨ ਕੰਮ ਨਾ ਕਰਦੇ ਹੋਣ ਤੇ ਕਿਵੇਂ ਦਾ ਲੱਗੇ? ਜੇ ਮੇਰੇ ਕੋਲ ਬੋਲਣ ਦਾ ਬਲ ਨਾ ਹੋਵੇ, ਮੇਰੀ ਜ਼ੁਬਾਨ ਨਾ ਕੰਮ ਕਰਦੀ ਹੋਵੇ ਤੇ ਕਿਵੇਂ ਦਾ ਲੱਗੇ, ਭਾਵੇਂ ਮੈਂ ਕਿੰਨਾ ਹੀ ਗੁਣੀ ਗਿਆਨੀ ਹੋਵਾਂਗਾ, ਹੈ ਨਾ। ਸੋ ਇਹ ਬਲ ਜਿਹੜਾ ਹੈ ਇਹ ਸਾਨੂੰ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਹੈ, ਨਾ ਹੀ ਇਸ ਹੱਥ, ਇਸ ਬੰਦੇ ਦੇ ਹੱਥ ਵਿੱਚ ਨਹੀਂ ਹੈ ਕਿ ਇਹ ਆਪਣੀ ਮਰਜ਼ੀ ਨਾਲ ਕੁਝ ਕਰ ਪਾਏ। ਤੁਸੀਂ ਵੇਖਦੇ ਹੋ ਨਾ, ਉੱਤੇ ਛੱਤ ਤੇ ਪੱਖਾ ਚੱਲਦਾ ਹੈ, ਬਲਬ ਜਗਦਾ ਹੈ, ਵੱਡੀਆਂ ਵੱਡੀਆਂ ਫੈਕਟਰੀਆਂ ਚੱਲਦੀਆਂ ਨੇ, ਮਸ਼ੀਨਾਂ, ਕਾਰਖਾਨੇ ਚੱਲਦੇ ਨੇ, ਉਹ ਆਪਣੇ ਬਲ ਨਾਲ ਕਿਤੇ ਚੱਲ ਰਹੇ ਨੇ? ਪੱਖਾ ਕਿਤੇ ਆਪਣੇ ਬਲ ਨਾਲ ਚੱਲ ਰਿਹਾ ਹੈ? ਨਹੀਂ, ਬਿਲਕੁਲ ਨਹੀਂ। ਇਹ ਪਿੱਛੇ ਬਿਜਲੀ ਦੀ ਤਾਕਤ ਹੈ। ਬਸ ਇਸੇ ਤਰ੍ਹਾਂ ਸਾਡੇ ਇਸ ਸਰੀਰ ਰੂਪੀ ਮਸ਼ੀਨ ਵਿੱਚ ਪਿੱਛੇ ਕੋਈ ਤਾਕਤ ਹੈ, ਜਿਹੜੀ ਤਾਕਤ ਇਹਨੂੰ ਚਲਾ ਰਹੀ ਹੈ, ਤੇ ਉਹ ਤਾਕਤ ਪੱਖੇ ਦੇ ਹੱਥ 'ਚ ਨਹੀਂ ਹੈ, ਬਲਬ ਦੇ ਹੱਥ 'ਚ ਨਹੀਂ ਹੈ, ਉਹ ਪਿੱਛੇ ਕਿਸੇ ਹੋਰ ਦੇ ਹੱਥ ਵਿੱਚ ਹੈ। ਬਿਲਕੁਲ ਇਸੇ ਤਰ੍ਹਾਂ ਇਸ ਕਾ ਬਲ ਨਾ ਹੀ ਇਸ ਹਾਥ, ਇਹ ਜਿਹੜਾ ਬਲ ਹੈ ਸਾਡੇ ਕੋਲ, ਜਿਹਦੇ ਦੁਆਰਾ ਅਸੀਂ ਕਿਰਿਆਸ਼ੀਲ ਹਾਂ, ਇਹ ਸਾਡਾ ਆਪਣਾ ਹੀ ਬਲ ਹੈ, ਲੇਕਿਨ ਸਾਡੇ ਹੱਥ 'ਚ ਨਹੀਂ, ਸਾਡੇ ਵੱਸ ਵਿੱਚ ਨਹੀਂ। ਸਾਨੂੰ ਇਹ ਕਿਸੇ ਦਾ ਦਿੱਤਾ ਹੋਇਆ ਮਿਲਿਆ ਹੈ, ਉਸ ਨੂੰ ਅਸੀਂ ਸਿਰਫ ਵਰਤ ਰਹੇ ਹਾਂ, ਸਿਰਫ ਉਸ ਨੂੰ ਅਸੀਂ ਇਸਤੇਮਾਲ ਕਰਦੇ ਹਾਂ। ਤੇ ਮੈਂ ਤਾਂ ਹੀ ਤੁਹਾਨੂੰ ਬੇਨਤੀ ਕੀਤੀ ਹੈ ਕਿ ਇਸ ਬਲ ਨੂੰ ਅਸੀਂ ਠੀਕ ਇਸਤੇਮਾਲ ਕਰੀਏ, ਇਸ ਦੀ ਨਾਜਾਇਜ਼ ਗਲਤ ਵਰਤੋਂ ਨਾ ਕੀਤੀ ਜਾਏ। ਇਹ ਬਲ ਸਾਡਾ ਆਪਣਾ ਨਹੀਂ ਹੈ, ਸਾਨੂੰ ਵਰਤਣ ਲਈ ਮਿਲਿਆ ਹੋਇਆ ਹੈ, ਇਸ ਲਈ ਇਹਨੂੰ ਠੀਕ ਵਰਤੀਏ। ਕਰਨ ਕਰਾਵਨ ਸਰਬ ਕੋ ਨਾਥ, ਇਹ ਬਲ ਹੈ ਕਿਹਦਾ ਹੈ? ਜਿਹੜਾ ਸਾਰਿਆਂ ਦਾ ਮਾਲਕ ਹੈ। ਨਾਥ ਮੈਨੇ ਮਾਲਕ। ਅਸੀਂ ਇਹ ਕਹਿੰਦੇ ਨਾ, ਅਨਾਥ ਹੋ ਗਿਆ ਫਲਾਣਾ ਬੱਚਾ, ਅਨਾਥ ਹੋ ਗਿਆ, ਉਹ ਇਸੇ ਲਈ ਕਹਿੰਦੇ ਕਿ ਉਹਦਾ ਕੋਈ ਮਾਲਕ ਨਹੀਂ ਰਿਹਾ, ਉਹਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ ਨੇ, ਬੱਚਾ ਅਨਾਥ ਹੋ ਗਿਆ। ਇਹਦਾ ਮਤਲਬ ਹੈ ਵਾਹਿਗੁਰੂ ਸਾਡਾ ਸਭਨਾਂ ਦਾ ਮਾਲਕ ਹੈ, ਅਸੀਂ ਅਨਾਥ ਨਹੀਂ ਹਾਂ। ਇਹ ਗੱਲ ਸਮਝਣ ਵਾਲੀ, ਅਸੀਂ ਕੋਈ ਅਨਾਥ ਨਹੀਂ ਹਾਂ। ਕਰਨ ਕਰਾਵਨ ਸਰਬ ਕੋ ਨਾਥ, ਕਰਨ ਵਾਲਾ ਤੇ ਕਰਵਾਉਣ ਵਾਲਾ ਸਾਰਿਆਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਨੇ ਸਾਨੂੰ ਇਹ ਸਾਰਾ ਜੋ ਕੁਝ ਵੀ ਅਸੀਂ ਕਰਾ ਰਹੇ ਹਾਂ, ਉਸ ਦਾ ਬਲ ਸਾਨੂੰ ਉਸ ਮਾਲਕ ਨੇ ਦਿੱਤਾ ਹੋਇਆ ਹੈ। ਆਪਾਂ ਪਿੱਛੇ ਜਿਹੀ ਇੱਕ ਦੋ ਬੰਦ ਪਹਿਲਾਂ ਮੈਨੂੰ ਯਾਦ ਆ ਰਿਹਾ ਕਿ ਆਪਾਂ ਪੜ੍ਹਿਆ ਸੀ, ਇਸ ਕਾ ਹਾਥ ਹੋਏ ਤਾਂ ਸਭ ਕੁਛ ਲੈ। ਜੇ ਸੱਚੀ ਮੁੱਚੀ ਇਹ ਬਲ ਬੰਦੇ ਦੇ ਹੱਥ ਵਿੱਚ ਹੁੰਦਾ ਤੇ ਇਹ ਤੇ ਬਾਕੀ ਸਾਰਿਆਂ ਦਾ ਖੋਹ ਲੈਂਦਾ, ਹੈ ਨਾ। ਕਿਸੇ ਨੂੰ ਕੁਛ ਨਾ ਦਿੰਦਾ, ਉਸ ਦਾ ਪਾਣੀ ਵੀ ਪੀਣ ਨਾ ਦਿੰਦਾ, ਕਹਿੰਦਾ ਤੁਹਾਨੂੰ ਤੇ ਆਇਆ ਮਾਰਨਾ ਅੱਜ ਮੈਂ। ਇਹ ਬੰਦੇ ਦੀ ਸੋਚ ਇਹੋ ਜਿਹੀ। ਪਰ ਇਹ ਸ਼ੁਕਰ ਹੈ ਮਾਲਕ ਦਾ, ਵਾਹਿਗੁਰੂ ਜੀ ਦਾ, ਕਿ ਇਹ ਬਲ ਉਹਨੇ ਆਪਣੇ ਹੱਥ 'ਚ ਰੱਖਿਆ।
ਜਿੰਨਾ ਕਿਸੇ ਨੂੰ ਦੇ ਦਿੰਦਾ ਉਹਦੇ ਮੁਤਾਬਕ ਉਹ ਕੰਮ ਕਰੀ ਜਾਂਦਾ ਹੈ। ਪਰ ਸਾਡੀ ਅੱਜ ਦੇ ਸਮੇਂ ਨਹੀਂ, ਸ਼ੁਰੂ ਤੋਂ ਹੀ ਵੈਸੇ ਮੈਂ ਤੇ ਇਸ ਤਰ੍ਹਾਂ ਕਹਿ ਸਕਦਾ, ਸਤਯੁਗ ਨੂੰ ਅਸੀਂ ਸਤਯੁਗ ਕਹਿ ਰਹੇ ਹਾਂ, ਪਰ ਉਦੋਂ ਕਿਹੜੇ ਮਾੜੇ ਕਰਮ ਨਹੀਂ ਹੋਏ, ਉਦੋਂ ਕਿਹੜੇ ਕਤਲ ਨਹੀਂ ਹੋਏ, ਉਦੋਂ ਕਿਹੜੀਆਂ ਚੋਰੀਆਂ ਨਹੀਂ ਹੋਈਆਂ। ਗੱਲ ਇੰਨੀ ਹੈ ਕਿ ਕਿਸੇ ਵੇਲੇ ਚੰਗਿਆਂ ਕਰਮਾਂ ਦੀ ਮਾਤਰਾ ਵੱਧ ਜਾਂਦੀ ਹੈ, ਕਿਸੇ ਵੇਲੇ ਮਾੜਿਆਂ ਕਰਮਾਂ ਦੀ ਮਾਤਰਾ ਵੱਧ ਜਾਂਦੀ, ਵਾ ਫਰਕ ਇੰਨਾ ਕੁ ਪੈਂਦਾ ਹੈ। ਵੈਸੇ ਹੁੰਦੇ ਸਾਰੇ ਹੀ ਕਰਮ ਰਹਿੰਦੇ ਹੀ ਨੇ ਸਦਾ ਹੀ। ਸੋ ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ। ਜੇ ਇਹਦੇ ਹੱਥ ਵਿੱਚ ਰੱਬ ਜੀ ਬਲ ਦੇ ਦਿੰਦੇ ਤੇ ਇਹ ਫਿਰ ਸਾਰਿਆਂ ਤੋਂ ਹੀ ਖੋਹ ਲੈਂਦਾ, ਕਿਸੇ ਨੂੰ ਕੁਝ ਵੀ ਨਾ ਦਿੰਦਾ, ਮਰਜ਼ੀ ਨਾ ਦਿੰਦਾ, ਮਰਜ਼ੀ ਨਾਲ ਨਾ ਦਿੰਦਾ। ਪਰ ਪਰਮਾਤਮਾ ਨੇ ਇਸ ਤਰ੍ਹਾਂ ਨਹੀਂ ਕੀਤਾ, ਉਹਦੇ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਅੱਗੇ ਲਿਖਿਆ ਗੁਰੂ ਜੀ ਨੇ, ਆਗਿਆਕਾਰੀ ਬਪੁਰਾ ਜੀਓ। ਇਹ ਜੀਓ ਆਪਾਂ ਯਾਨੀ ਲੋਕ ਹਾਂ ਜਿਹੜੇ ਸਰੀਰਧਾਰੀ ਹਾਂ, ਸਾਡੇ ਸਰੀਰ ਵਿੱਚ ਜੀਵ ਵੀ ਹੁੰਦਾ ਹੈ। ਸੋ ਅਸੀਂ ਸਾਰੇ ਉਸ ਵਾਹਿਗੁਰੂ ਜੀ ਦੇ ਆਗਿਆਕਾਰੀ ਹਾਂ। ਜਿਵੇਂ ਸਾਨੂੰ ਉਹਦਾ ਹੁਕਮ ਹੁੰਦਾ ਹੈ ਨਾ, ਅਸੀਂ ਉਸ ਤਰ੍ਹਾਂ ਹੀ ਕਰ ਰਹੇ ਹਾਂ। ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਜਿਸ ਤਰ੍ਹਾਂ ਮਾਲਕ ਵਾਹਿਗੁਰੂ ਜੀ ਦਾ ਹੁਕਮ ਹੋ ਰਿਹਾ ਹੈ, ਅਸੀਂ ਉਸੇ ਤਰ੍ਹਾਂ ਦੀ ਕਾਰ ਕਮਾ ਰਹੇ ਹਾਂ। ਲੇਕਿਨ ਇੱਥੇ ਗੱਲ ਮੈਂ ਇੱਕ ਜ਼ਰੂਰ ਆਖਣਾ ਚਾਹਾਂਗਾ ਕਿ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਸਾਨੂੰ ਸੋਚਣ ਸਮਝਣ ਦੀ ਸ਼ਕਤੀ ਵੀ ਮਿਲੀ ਹੋਈ ਹੈ, ਦਿਮਾਗ ਵੀ ਮਿਲਿਆ ਹੋਇਆ ਹੈ, ਇਹ ਬਲ ਵੀ ਸਾਨੂੰ ਵਾਹਿਗੁਰੂ ਜੀ ਤੋਂ ਮਿਲਿਆ ਹੋਇਆ ਹੈ। ਅਸੀਂ ਸੋਚ ਸਮਝ ਕੇ ਕੰਮ ਕਰਨਾ ਹੈ, ਦਿਆਨਤਦਾਰੀ ਨਾਲ, ਇਮਾਨਦਾਰੀ ਨਾਲ ਕੰਮ ਕਰਨਾ ਹੈ। ਇਹ ਬੜਾ ਜ਼ਰੂਰੀ ਹੈ। ਮੇਰਾ ਇਹ ਵਿਚਾਰ ਹੈ, ਮੇਰਾ ਨਿੱਜੀ ਮੰਨਣਾ ਹੈ ਕਿ ਜੇ ਕੰਮ ਕਰਨ ਨੂੰ ਮਨ ਨਾ ਹੋਵੇ ਤੇ ਉਸ ਦੇ ਨਾ ਕਰੋ, ਉਹਦੇ ਨੂੰ ਜ਼ਿਆਦਾ ਚੰਗਾ ਹੈ। ਨਾ ਕਰੋ। ਸਿਮਰਨ ਕਰਨ ਨੂੰ ਮਨ ਹੀ ਨਹੀਂ ਕਰੋ, ਰੱਬ ਕੋਈ ਨਾਰਾਜ਼ ਨਹੀਂ ਹੁੰਦਾ। ਨਿਤਨੇਮ ਕਰਨ ਨੂੰ ਨਹੀਂ ਮਨ, ਇੰਨਾ ਹੀ ਉਖੜ ਗਿਆ ਮਨ ਤੇ ਛੱਡ ਦਿਓ। ਜਦੋਂ ਫਿਰ ਮਨ ਕਰੇਗਾ ਉਦੋਂ ਕਰਿਆ ਜੇ, ਤੇ ਇੰਨੇ ਪਿਆਰ ਨਾਲ ਕਰਿਆ ਜੇ ਕਿ ਹੁਣ ਮੇਰਾ ਜੀ ਕਰਦਾ ਹੈ ਮੈਂ ਸੁਖਮਨੀ ਸਾਹਿਬ ਦਾ ਪਾਠ ਪੜ੍ਹਾਂ, ਹੁਣ ਮੇਰਾ ਜੀ ਕਰਦਾ ਮੈਂ ਜਪਜੀ ਸਾਹਿਬ ਦੀ ਬਾਣੀ ਦਾ ਅਧਿਐਨ ਕਰਾਂ, ਹੁਣ ਮੇਰਾ ਜੀ ਕਰਦਾ ਹੈ ਕਿ ਮੈਂ 2 ਘੜੀਆਂ ਬਾਹਰ ਕਿਸੇ ਰੋਖੇ ਠਾਂ ਬਹਿ ਜਾਵਾਂ ਤੇ ਵਾਹਿਗੁਰੂ ਨਾਮ ਦੀ ਧੁਨ ਉੱਚੀ ਉੱਚੀ ਅਲਾਪਾਂ। ਬਸ ਜਦੋਂ ਜੀ ਕਰੇ। ਇਹਨੂੰ ਗੁਰੂ ਜੀ ਨੇ ਆਖਿਆ ਸੀ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਜੇ ਅਸੀਂ ਬੱਧੇ ਰੁੱਤਿਆਂ ਨਿਤਨੇਮ ਕੀਤਾ, ਚੱਟੀ ਭਰੀ, ਤੇ ਉਹ ਤੇ ਬਈ ਮਨ ਨਹੀਂ ਉਹਦੇ ਵਿੱਚ। ਸੋ ਇਸ ਲਈ ਆਪਾਂ ਨਾ ਸਮਝਣ ਦੀ ਕੋਸ਼ਿਸ਼ ਕਰੀਏ। ਅਸੀਂ ਹਾਂ ਤੇ ਆਗਿਆਕਾਰੀ ਬਪਰਾ ਜੀਓ ਦਾ ਮਤਲਬ ਹੈ ਵਿਚਾਰਾ ਜੀਵ, ਨਿਮਾਣਾ ਜੀਵ ਹੈ ਤੇ ਆਗਿਆਕਾਰੀ। ਇਹ ਉਹਦੇ ਹੁਕਮ ਤੋਂ ਬਿਨਾਂ ਇੱਕ ਕੁਝ ਵੀ ਨਹੀਂ ਕਰ ਸਕਦਾ, ਇੱਕ ਕਦਮ ਵੀ ਅੱਗੇ ਨਹੀਂ ਰੱਖ ਸਕਦਾ। ਲੇਕਿਨ ਇਹਨੂੰ ਆ ਜਿਹੜਾ ਦਿਮਾਗ ਦਿੱਤਾ ਹੈ ਨਾ, ਇਹ ਬੜੀ ਵੱਡੀ ਦਾਤ ਮਾਲਕ ਨੇ ਦਿੱਤੀ ਜੇ। ਇਹੋ ਜਿਹੀ ਦਾਤ ਹੋਰ ਸ਼ਾਇਦ ਕਿਤੇ ਹੋਵੇ ਇਸ ਸੰਸਾਰ ਵਿੱਚ। ਜੇ ਬੰਦਾ ਬੜਾ ਬਲਸ਼ਾਲੀ ਹੋਵੇ, ਹਾਥੀ ਜਿੰਨਾ ਉਹਦੇ 'ਚ ਬਲ ਹੋਵੇ, ਪਰ ਦਿਮਾਗ ਨਾ ਹੋਵੇ ਤੇ ਕੀ ਕਰੋਗੇ ਉਹਦੇ ਬਲ ਨੂੰ? ਬੰਦਾ ਬੜਾ ਸੁੱਕੜਾ ਜਿਹਾ ਹੋਵੇ, ਕਮਜ਼ੋਰ ਜਿਹਾ, ਪਰ ਦਿਮਾਗ ਹੋਵੇ ਤੇ ਉਹ ਐਪਲ ਫੋਨ ਬਣਾ ਕੇ ਸਾਨੂੰ ਦੇ ਜਾਏ। ਦੇਖੋ ਨਾ, ਕੈਂਸਰ ਨਾਲ ਮਰਨ ਵਾਲਾ ਬੰਦਾ ਕਿੱਥੇ ਪਹੁੰਚਾ ਗਿਆ ਮਨੁੱਖਤਾ ਨੂੰ। ਬਸ ਆਹ ਗੱਲ ਏ, ਦਿਮਾਗ ਵਰਗੀ ਚੀਜ਼ ਹੋਰ ਇਸ ਬ੍ਰਹਿਮੰਡ ਵਿੱਚ ਕੋਈ ਵੀ ਨਹੀਂ ਹੈ, ਤੇ ਸਾਡੇ ਸਾਰਿਆਂ ਦਾ ਦਿਮਾਗ ਕੰਮ ਪਿਆ ਕਰਦਾ ਹੈ। ਬਸ ਇਹ ਗੱਲ ਨੂੰ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਿਆ ਕਰੀਏ ਕਿ ਸਾਡਾ ਦਿਮਾਗ ਪਿਆ ਕੰਮ ਕਰਦਾ ਹੈ। ਸਾਨੂੰ ਸੌਣ ਦੇ ਵਕਤ ਦਾ ਪਤਾ ਹੁਣ ਸੌਣਾ ਹੈ, ਸਾਨੂੰ ਉੱਠਣ ਦੇ ਵਕਤ ਦਾ ਪਤਾ ਹੁਣ ਉੱਠਣਾ ਹੈ, ਭੁੱਖ ਲੱਗੀ ਹੈ ਖਾਣ ਦਾ ਪਤਾ ਹੈ ਕਿ ਹੁਣ ਭੁੱਖ ਲੱਗ ਪਈ ਹੈ। ਦਿਮਾਗ ਹੀ ਦੱਸ ਰਿਹਾ ਸਾਰਾ ਕੁਝ ਸਾਨੂੰ। ਇਹ ਨਾ ਦੱਸੇ ਤੇ ਭੁੱਖ ਵੀ ਮਹਿਸੂਸ ਨਹੀਂ ਹੁੰਦੀ, ਪਿਆਸ ਵੀ ਮਹਿਸੂਸ ਨਹੀਂ ਹੁੰਦੀ, ਕੁਝ ਵੀ ਨਹੀਂ ਹੁੰਦਾ। ਸੋ ਇਹ ਦਿਮਾਗ ਬਹੁਤ ਬਹੁਤ ਵੱਡੀ ਚੀਜ਼ ਇਸ ਬ੍ਰਹਿਮੰਡ ਦੇ ਅੰਦਰ, ਜਿਹੜਾ ਮਾਲਕ ਨੇ ਸਾਨੂੰ ਫ੍ਰੀ ਵਿੱਚ ਦਿੱਤਾ ਹੋਇਆ ਹੈ। ਕੁਝ ਨਹੀਂ ਸਾਡੇ ਤੋਂ ਲਿਆ, ਪਰ ਅਸੀਂ ਇਹੋ ਜਿਹੇ ਲੋਕ, ਅਸੀਂ ਇਹਨੂੰ ਵਰਤਦੇ ਹੀ ਨਹੀਂ ਹਾਂ। ਕਿਸੇ ਨੇ ਠੀਕ ਆਖਿਆ ਸੀ ਕਿ ਇੱਕ ਆਪਣੇ ਹੀ ਬੰਦੇ ਦਾ ਸਿਰੇ ਦੀ ਕੀਮਤ ਬਹੁਤ ਜ਼ਿਆਦਾ ਹੈ। ਉਹਨੇ ਆਖਿਆ ਵੀ ਇਹਦੀ ਕੀਮਤ ਕਿਉਂ ਇੰਨੀ ਜ਼ਿਆਦਾ ਹੈ? ਵੀ ਇਹਨੇ ਵਰਤਿਆ ਜੋ ਨਹੀਂ, ਨਵਾਂ ਨਰਵਾ ਪਿਆ ਉਸੇ ਤਰ੍ਹਾਂ ਹੀ। ਜਿਹੋ ਜਿਹਾ ਰੱਬ ਨੇ ਦਿੱਤਾ ਸੀ ਬਸ ਉਹੋ ਜਿਹੇ ਵਾਪਸ ਮੋੜਤਾ, ਇਹਨੇ ਵਰਤਿਆ ਹੀ ਨਹੀਂ ਭਲੇ ਮਾਨਸ ਨੇ, ਇਸ ਲਈ ਇਹਦੀ ਕੀਮਤ ਜ਼ਿਆਦਾ ਹੈ। ਪਰ ਅਸਲ ਵਿੱਚ ਇਹਦੀ ਕੀਮਤ ਪੈਣੀ ਹੈ ਵਰਤਿਆਂ। ਇਸ ਨੂੰ ਵਰਤ ਲਈਏ,
ਵਰਤਿਆਂ ਇਹਦੀ ਕੀਮਤ ਪੈਣੀ, ਜੇ ਨਾ ਵਰਤਿਆ ਇਹ ਸੜ ਜਾਣਾ ਚਿਖਾ ਵਿੱਚ। ਏਡੀ ਵੱਡੀ ਅਨਮੋਲ ਦਾਤ ਜਿਹੜੀ ਚਿਖਾ ਵਿੱਚ ਤੁਸੀਂ ਸਾਰਿਆਂ ਨੇ ਮਿਲ ਕੇ ਸਾੜ ਦੇਣੀ ਹੈ, ਇਹਨੂੰ ਵਰਤ ਲਈਏ। ਜੋ ਤਿਸ ਭਾਵੈ ਸੋਈ ਫੁਨ ਥੀਓ। ਫੁਨ ਦਾ ਮਤਲਬ ਫਿਰ ਆਖਰ ਉਹ ਕੁਛ ਹੀ ਹੁੰਦਾ ਜੋ ਵਾਹਿਗੁਰੂ ਜੀ ਨੂੰ ਚੰਗਾ ਲੱਗਦਾ ਹੈ। ਤੇ ਹੁਣ ਵੇਖੋ ਨਾ, ਜੇ ਆਪਾਂ ਆਪਣੇ ਲਈ ਸੋਚੀਏ ਵੀ ਵਾਹਿਗੁਰੂ ਜੀ ਨੂੰ ਕੀ ਚੰਗਾ ਲੱਗਦਾ ਹੈ, ਤੇ ਮੇਰਾ ਖਿਆਲ ਹੈ ਮੈਂ ਤੇ ਇਸ ਤਰ੍ਹਾਂ ਹੀ ਸੋਚਦਾ ਕਿ ਵਾਹਿਗੁਰੂ ਜੀ ਨੂੰ ਸਾਡੇ ਲਈ ਤੇ ਇਹੋ ਹੀ ਚੰਗਾ ਲੱਗਦਾ ਵੀ ਤੁਸੀਂ ਸੰਗਤ ਕਰੋ, ਸੰਗਤ ਵਿੱਚੋਂ ਜੋ ਸਿੱਖਿਆ ਉਹਨੂੰ ਜੀਵਨ ਵਿੱਚ ਅਪਣਾ ਲਓ। ਇਹੋ ਹੀ ਚੰਗਾ ਲੱਗਦਾ, ਤਾਂ ਹੀ ਸਾਨੂੰ ਮੋੜ ਮੋੜ ਕੇ ਇੱਥੇ ਲਿਆਉਣ ਡਿਆ ਹੈ ਰੱਬ। ਐਵੇਂ ਨਹੀਂ, ਕਿੰਨੇ ਜੀ ਨਾਰਾਜ਼ ਹੋ ਕੇ ਭੱਜ ਜਾਂਦੇ ਨੇ, ਮੁੜ ਕੇ ਫਿਰ ਆਉਂਦੇ ਨੇ। ਆਉਣਾ ਚਾਹੀਦਾ ਹੈ। ਮੈਂ ਸਭਨਾਂ ਨੂੰ ਬੇਨਤੀ ਕਰਦਾ ਕਿ ਵੇਖੋ, ਮੇਰੇ ਕੋਲੋਂ ਕੁਛ ਵਾਧਾ ਘਾਟਾ ਬੋਲਿਆ ਜਾ ਸਕਦਾ, ਪਰ ਗੁਰੂ ਜੀ ਤੇ ਨਹੀਂ ਨਾ ਇਸ ਤਰ੍ਹਾਂ ਤੁਹਾਨੂੰ ਕਹਿ ਰਹੇ। ਗੁਰੂ ਜੀ ਤੇ ਕੁਛ ਮਾੜਾ ਨਹੀਂ ਨਾ ਆਪਾਂ ਨੂੰ ਕਹਿ ਰਹੇ। ਸੋ ਅਸੀਂ ਗੁਰੂ ਜੀ ਦੀ ਸੰਗਤ ਕਰਨੀ, ਨਾ ਕਿ ਮੇਰੀ ਜਾਂ ਕਿਸੇ ਹੋਰ ਬੰਦੇ ਦੀ। ਸੋ ਇਹ ਵਾਹਿਗੁਰੂ ਜੀ ਸਾਡੇ ਉੱਤੇ ਪ੍ਰਸੰਨ ਹੋਏ ਜੇ। ਵਾਹਿਗੁਰੂ ਜੀ ਇਹ ਚਾਹ ਰਹੇ ਨੇ ਸਾਡੇ ਪਾਸੋਂ ਕਿ ਤੁਸੀਂ ਇਸ ਸੰਗਤ ਵਿੱਚੋਂ, ਗੁਰੂ ਦੀ ਬਾਣੀ ਵਿੱਚੋਂ ਜਿਹੜੀਆਂ ਵਿਚਾਰਾਂ ਤੁਹਾਡੇ ਕੰਨੀ ਪੈਂਦੀਆਂ ਨੇ, ਉਹਨਾਂ ਨੂੰ ਅਮਲ ਵਿੱਚ ਲੈ ਆਓ, ਉਹਨਾਂ ਨੂੰ ਜੀਵਨ ਵਿੱਚ ਜੀ ਲਵੋ। ਤੇ ਜੋ ਤਿਸ ਭਾਵ ਹੈ ਸੋਈ ਫੁਨ ਥੀਓ ਦਾ ਮਤਲਬ ਇਹੋ ਹੀ ਹੈ ਕਿ ਹੋਣਾ ਤੇ ਬਈ ਉਹ ਹੀ ਹੈ ਜੋ ਮਾਲਕ ਜੀ ਨੂੰ ਚੰਗਾ ਲੱਗਦਾ ਹੈ। ਪਰ ਮਾਲਕ ਨੂੰ ਮੇਰੀ ਨਿਗਾਹ ਵਿੱਚ ਤੇ ਬਹੁਤ ਚੰਗਾ ਲੱਗ ਰਿਹਾ। ਸਾਨੂੰ ਦਿਮਾਗ ਦਿੱਤਾ ਉਹਨੇ ਵੀ ਸੋਚ ਸਮਝ ਕੇ ਕੰਮ ਕਰੋ। ਕਿੰਨਾ ਚੰਗਾ ਲੱਗਿਆ ਉਹਨੇ ਕਿ ਸਾਨੂੰ ਮਨੁੱਖ ਬਣਾਤਾ। ਸੋ ਆਪਾਂ ਯਤਨ ਕਰੀਏ, ਇਹਨਾਂ ਗੱਲਾਂ ਨੂੰ ਸਮਝੀਏ। ਅੱਗੇ ਲਿਖਿਆ ਗੁਰੂ ਜੀ ਨੇ, ਕਬਹੂ ਊਚ ਨੀਚ ਮਹਿ ਬਸੈ। ਇਹ ਮਨੁੱਖ, ਇਹ ਜੀਵ ਕਦੇ ਊਚ ਨੀਚ ਮੈਂ ਬਸੈ ਦਾ ਮਤਲਬ ਹੈ ਉਚਾਈਆਂ ਤੇ ਗਿਰਾਵਟ। ਕਿਉਂਕਿ ਅਗਲੇ ਨਾ, ਕਬਹੂ ਸੋਗ ਹਰਖ ਰੰਗ ਹੱਸੈ। ਸੋਗ ਤੇ ਹਰਖ, ਖੁਸ਼ੀ ਤੇ ਗਮੀ। ਵੈਸੇ ਹੈ ਤੇ ਇਹਦੇ ਵਿੱਚ ਪਰਮਾਤਮਾ ਹੀ ਹੱਸ ਰਿਹਾ ਹੈ, ਪਰਮਾਤਮਾ ਹੀ ਗਮਗੀਨ ਹੋਇਆ ਹੈ, ਪਰਮਾਤਮਾ ਹੀ ਉੱਚਾ ਚੜ੍ਹਦਾ ਹੈ, ਪਰਮਾਤਮਾ ਹੀ ਨੀਵਾਂ ਡਿੱਗਦਾ ਇਸ ਬੰਦੇ ਦੇ ਅੰਦਰ, ਜੀਵ ਦੇ ਅੰਦਰ। ਲੇਕਿਨ ਜੀਵ ਦੀ ਆਪਣੀ ਇੱਕ ਹੋਂਦ ਹੈ, ਇਹਦੇ ਤੋਂ ਮੁਨਕਰ ਆਪਾਂ ਨਹੀਂ ਹੋ ਪਾਵਾਂਗੇ। ਇਹ ਕਦੀ ਹੋਂਦ ਨਹੀਂ ਸੀ, ਕਦੀ ਹੈ, ਕਦੀ ਫਿਰ ਨਹੀਂ ਹੋਵੇਗੀ। ਪਰ ਜਿੰਨਾ ਚਿਰ ਇਹ ਹੈ, ਉਹਨਾਂ ਚਿਰ ਅਸੀਂ ਇਹਨੂੰ ਮਨਫੀ ਨਹੀਂ ਕਰ ਸਕਦੇ। ਉਹਨਾਂ ਚਿਰ ਇਹ ਹੈ ਆ। ਸੋ ਉਹਨਾਂ ਚਿਰ ਇਹ ਜੀਵ ਕਬਹੂ ਊਚ ਨੀਚ ਮਹਿ ਬਸੈ। ਅਸੀਂ ਕਈ ਵਾਰੀ ਪੜ੍ਹਦੇ ਹੁੰਦੇ ਹਾਂ ਇੱਕ ਪੰਕਤੀ ਗੁਰਬਾਣੀ ਵਿੱਚੋਂ ਕਿ ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਏ ਆਲੇ। ਹੈ ਨਾ, ਕਦੀ ਤੇ ਇੰਨਾ ਉੱਚਾ ਚੜ੍ਹ ਜਾਂਦਾ ਵੀ ਬੇਪਰਵਾਹੀ ਦੀ ਹਾਲਤ ਵਿੱਚ ਚਲਾ ਜਾਂਦਾ ਵੀ ਮਾਨੋ ਆਕਾਸ਼ ਵਿੱਚ ਉਡਾਰੀਆਂ ਮਾਰਦਾ ਪਿਆ। ਤੇ ਕਦੀ ਇੰਨਾ ਮਾਨਸਿਕ ਤੌਰ ਤੇ ਗਿਰਾਵਟ ਵਿੱਚ ਚਲਾ ਜਾਂਦਾ। ਸਭ ਕੁਝ ਕੋਲ ਉਸੇ ਤਰ੍ਹਾਂ ਹੀ ਹੁੰਦਾ ਜਿਵੇਂ ਹੈ ਸੀ, ਕੁਛ ਵੀ ਨਹੀਂ ਗਵਾਚਾ, ਕੁਛ ਨਹੀਂ ਗਿਆ। ਲੇਕਿਨ ਮਾਨਸਿਕ ਤੌਰ ਤੇ ਇੰਨਾ ਨੀਵਾਂ ਡਿੱਗ ਪੈਂਦਾ ਹੈ, ਮਾਨੋ ਇਹ ਪਤਾਲਾਂ ਵਿੱਚ ਜਾ ਡਿੱਗਾ, ਨਰਕਾਂ ਵਿੱਚ ਜਾ ਪਿਆ। ਸੋ ਇਹ ਗੱਲ ਗੁਰੂ ਜੀ ਸਾਡੀ ਮਾਨਸਿਕ ਦਸ਼ਾ ਦੀ ਕਰਦੇ ਨੇ ਕਿ ਕਦੀ ਮਾਨਸਿਕ ਤੌਰ ਤੇ ਆਕਾਸ਼ ਵਿੱਚ ਉਡਾਰੀਆਂ ਮਾਰਦਾ ਹੈ ਤੇ ਕਦੀ ਮਾਨਸਿਕ ਤੌਰ ਤੇ ਥੱਲੇ ਪਤਾਲਾਂ ਵਿੱਚ, ਨਰਕਾਂ ਵਿੱਚ ਜਾ ਪੈਂਦਾ। ਕਬਹੂ ਸੋਗ ਹਰਖ ਰੰਗ ਹੱਸੈ। ਕਦੀ ਖੁਸ਼ੀ ਵਿੱਚ ਆ ਜਾਂਦਾ ਹੈ, ਕਦੀ ਗਮੀ ਵਿੱਚ ਆ ਜਾਂਦਾ ਹੈ। ਤੇ ਜਦੋਂ ਖੁਸ਼ੀ ਮਿਲਦੀ ਹੈ ਤੇ ਖੁਸ਼ੀ ਵਿੱਚ ਇੰਨਾ ਜ਼ਿਆਦਾ ਖੁਸ਼ ਹੋ ਜਾਂਦਾ, ਫਿਰ ਹੱਸਣੋਂ ਹੀ ਨਹੀਂ ਹਟਦਾ। ਹੈ ਨਾ, ਗੁਰੂ ਪੰਜਵੇਂ ਪਾਤਸ਼ਾਹ ਦਾ ਬਚਨ ਹੈ, ਉੱਚਾ ਚੜ੍ਹੈ ਸੋ ਪਵੈ ਭਿਆਲਾ। ਜਿਹੜਾ ਬੰਦਾ, ਵੈਸੇ ਅਸੀਂ ਕਈ ਵਾਰੀ ਗੱਲ ਕਰਦੇ ਹੀ ਹੁੰਦੇ ਹਾਂ ਵੀ ਕੋਈ ਜਿੰਨਾ ਉੱਚਾ ਚੜ੍ਹ ਜਾਏ ਤੇ ਜੇ ਉੱਚੀ ਥਾਂ ਤੋਂ ਡਿੱਗੇ ਤੇ ਓਨਾ ਹੀ ਜ਼ਿਆਦਾ ਉਹਨੂੰ ਸੱਟਾਂ ਲੱਗਦੀਆਂ ਨੇ। ਤੇ ਜਿਹੜਾ ਚੜ੍ਹਿਆ ਹੀ ਨਾ ਹੋਵੇ ਉਹ ਡਿੱਗ ਪਵੇ ਤੇ ਉਹਨੂੰ ਸੱਟਾਂ ਲੱਗਣ ਦਾ ਕੋਈ ਉਹ ਨਹੀਂ ਹੈਗਾ ਵੀ ਉਹਨੂੰ ਸੱਟਾਂ ਲੱਗਣਗੀਆਂ। ਜ਼ਮੀਨ ਤੇ ਤੁਰਿਆ ਜਾਂਦਾ ਬੰਦਾ ਡਿੱਗੇ, ਮਾੜੀ ਮੋਟੀ ਰਗੜ ਜੀ ਲੱਗਦੀ, ਚੱਲ ਠੀਕ ਹੀ ਹੈ ਨਾ, ਉੱਠ ਕੇ ਤੁਰ ਪਈਦਾ ਕੱਪੜੇ ਝਾੜ ਕੇ ਫਿਰ। ਸੋ ਜਿਹੜੇ ਉੱਚੇ ਚੜ੍ਹਦੇ ਨੇ, ਭਾਵ ਇਹਦਾ ਹੈ ਕਿ ਜਿਹੜੇ ਹੰਕਾਰ ਵਿੱਚ ਚਲੇ ਜਾਂਦੇ ਨੇ। ਜਿਹੜੇ ਲੋਕ ਅਹੰਕਾਰ ਵਿੱਚ ਚਲੇ ਜਾਂਦੇ ਨੇ, ਅਹੰਕਾਰ ਕਿਸੇ ਕਿਸਮ ਦਾ ਹੋਵੇ। ਆਪਾਂ ਪਿੱਛੇ ਗੱਲ ਕੀਤੀ ਸੀ ਨਾ, ਪਿਆਰ ਕਈ ਕਿਸਮਾਂ ਦਾ ਹੈ।
इस तरह अहंकार भी कई किस्मां दा, ना भावें प्यार का नाम ही एक प्यार ही है ते हंकार का नाम ही एक हंकार ही है, पर ये सैकड़ियां किस्मां दे ने, प्यार भी ते हंकार भी, नफरत भी सैकड़ियां किस्मां दी है। सो ये जड़ा ना उच्चा चढ़ना यानी आकाश विच, इत्थे हंकार विच चले जाना। जदों बंदा अहंकार विच चला जाता है तो जिन्ना अहंकार विच उच्चा चढ़ता है, तो जदों रब जी वालों कोई झटका लगता है, वो फिर उन्ना ही जोर नाल थले जमीन ते डिगदा है, फिर सारी जिंदगी रास नहीं आउंदी गल। जिन्ना लोकां उत्ते हंकार करके कुछ माड़ा वाधा वट्टा कीता हुंदा है, वो सारियां लोकां दे सामने फिर अख चुक के जीवन जोगा नहीं रहिंदा। इसलिए गुरु जी आखदे ने निमरता च रिहा करो। तिस लग्गै ना काला, काला तो भावे काल मौत, ਉਹਨੂੰ ਜਮਾਂ ਦਾ ਡੰਡ नहीं लगता। ਜਿਹੜਾ ਨਿਮਰਤਾ ਵਿੱਚ ਆ ਜੇ ਉਹਨੂੰ मौत कुछ नहीं आखदी। सो सानू गुरु जी यही समझा रहे ने भी जिंदगी जीवो, खुशी नाल जीवो, हसदियां खेड़दियां जीवो, जिंदगी का पूरा आनंद माणो, पर निमरता च रह के हंकार विच ना चले जाना। मालिक ने जे बहुत कुछ दिता है तो जिस रुख नूं बहुत वड्डे मोटे भारी फल लगते ने ना, जिन्ना भार फलों का वाधा जाए उन्ना ही वो झुकता जाता है। बस आ गल पल्ले बन लो अज भी जदों रुख नूं फल लगते ने वो बस झुक जाता है। सानू फल किसी भी चीज़ का लगे, मायकी तौर पर माया बहुत होवे, अध्यात्मक तौर पर तुसीं प्रभु दे सिमरन कर करके वाहिगुरू जी का नाम जप जप के 10वें द्वार तक पहुँच जाओ। मैं सब दे लई कामना करदा तुसीं सारे ही पहुँच जाओ, लेकिन रहना निमरता विच। कईयां नूं ओहदा भी हंकार हो जाता जी, ਉਹਦੇ ਤੋਂ भी बच के रहना। गुरु साहब दे बचन ने मन निर्मल नहीं 10वें द्वार। जे आ गुरु का ज्ञान कोल ना होया तो 10वें द्वार विच जाके भी डिग्गण का डर रहिंदा जी। ये ना सोच लेना भी साडे अंदर छूं छां हो गई है तो गल बन गई है, इस तरह कुछ नहीं जे। उत्तों जाके भी बंदा डिग सकता है। बस गुरु की बाणी का पल्ला ना छड्डिया जी। ये तुसीं असीं रहीए संसार विच ना रहीए, ਜਿਹੜੇ जने अपने चो रहन गुरबाणी का पल्ला ना छड्डना। बस गुरबाणी का पल्ला इन्ना घुट के फड़ लेना, ये गुरबाणी सानू हंकार तो बचाएगी जे ठीक ढंग ना पढ़ांगे तो। गुरबाणी सानू निमरता च लैके जाएगी जे असीं इहनूं ठीक ढंग ना विचारांगे तो। सो ये काम आपां करना है। अगे लिखिया गुरु जी ने, कबहू निंद चिंद ब्यवहार। कदे जीव की करदा है, निंद चिंद। तो निंद चिंद जो कट्ठे आउन ना, इहदा मतलब हुंदा निंदिया चुगली। व्यवहार का मतलब ये वरतावा। ये कदी ये जीव की करता है कि सारी सारी दिहाड़ी लोगों की निंदिया चुगली ही करने विच बिता देंदा है। इनू जरा जिन्नी अंदर नहीं होश आउंदी कि मैं की पिया करना, मैं अपनी जिंदगी के किन्ने अनमोल सवास एवें ही पिया खराब करना, अजाई पिया गवाउना। सगों गवाउंदा ही नहीं, नाल उत्ते करजाई हुंदा जाना, दूजियां दा मैं पराई महल धो रहा। इस तरह कदी नहीं सोचता। तो फिर एक दिहाड़ी नहीं जी, कई तो सारी उम्र ही गुजार देंदे जी। सारी उम्र निंदिया चुगली च गुजार के चले जाते हैं। सो गुरु साहब सानू यही समझाउणा चाहुंदे ने, कबहू निंद चिंद ब्यवहार, कबहू ऊब आकाश पयाल। ऊब मैंने उच्चा चढ़ना, पयाल मैंने पताल च डिगना। कदी ये भाई उच्चा चढ़ जाता है, कदी नीवा डिग पैंदा है। बस कुछ इहो जी दी हालत बनी हुई इस जीव की। सो आपां नूं गुरु जी इहो ही समझाना चाहुंदे ने इन्हां पंक्तियां राहीं भी भाई देखो, तुहानूं वाहिगुरू जी ने बल दिता होया है, ते बल है दिमागी बल, ना कि शरीरक बल। वो भी दिता है, लेकिन जे दिमाग ना हो तो शरीरक बल किसे कोई बहुता काम नहीं आउंदा। सो सानू वाहिगुरू जी ने दिमाग दिता, बुद्धि बख्शी, सियाणप बख्शी, तुहानू सारियां नू किन्नी एजुकेशन बख्शी है। तुसी मेरे वर्गे हज़ारां लोकां नू पढ़ा सकदे हो, पढ़ाओ भाई, यतन करो, हिम्मत करो।
ਲੋਕਾਂ ਨੂੰ ਵਿਦਿਆ ਬਖਸ਼ੋ, ਵਿਦਿਆ ਦਿਓ ਲੋਕਾਂ ਨੂੰ, ਵੰਡੋ ਤਕੜੇ ਹੋ ਕੇ। ਮੈਂ ਬਹੁਤ ਵਾਰੀ ਉੱਥੇ ਗੁਰਦੁਆਰਾ ਸਾਹਿਬ ਨਾ ਬੇਨਤੀ ਕੀਤੀ ਕਈਆਂ ਨੂੰ ਵੀ ਤੁਹਾਡੇ ਕੋਲ ਭਾਈ ਇੰਨਾ ਵੱਡਾ ਗਿਆਨ ਹੈ ਦੁਨਿਆਵੀ ਵਿਦਿਆ ਦਾ, ਤੇ ਮੈਨੂੰ ਗੁਰੂ ਮਹਾਰਾਜ ਨੇ ਕੁਝ ਗੁਰਮੁਖੀ ਅੱਖਰਾਂ ਦੀ ਦਾਤ ਦਿੱਤੀ ਹੈ, ਤੇ ਆਪਾਂ ਦੋਵੇਂ ਇਕੱਠੇ ਮਿਲ ਕੇ ਬੈਠ ਕੇ ਕੋਈ ਕੰਮ ਕਰੀਏ, ਹੈ ਨਾ। ਕਈ ਰਿਟਾਇਰਡ ਪਰਸਨ ਨੇ, ਮੈਂ ਉਹਨਾਂ ਨੂੰ ਵੀ ਆਖਿਆ, ਡਾਕਟਰ ਨੇ, ਮਾਸਟਰ ਨੇ, ਵੱਡੇ ਵੱਡੇ ਇੰਜੀਨੀਅਰ ਨੇ, ਰਿਟਾਇਰਡ ਨੇ ਤੇ ਘਰ ਵੇਲੇ ਬੈਠੇ ਨੇ। ਮੈਂ ਕਹਿੰਦਾ ਵੀ ਆਓ ਆਪਾਂ ਰਲ ਕੇ ਕੋਈ ਕੰਮ ਕਰੀਏ। ਸੱਚੀ ਇੱਕ ਵੀ ਨਹੀਂ ਤੁਰਿਆ ਮੇਰੇ ਨਾਲ। ਮੈਨੂੰ ਇਹਨਾਂ ਗੱਲਾਂ ਤੇ ਹਰਖ ਹੈ ਥੋੜਾ, ਮਤਲਬ ਥੋੜੀ ਗਮੀ, ਥੋੜੀ ਉਦਾਸੀ ਹੈ ਕਿ ਇਹ ਕੀ ਅਸੀਂ ਕੀਤਾ ਕੀ ਹੈ। ਆਪਣੇ ਬੱਚਿਆਂ ਲਈ ਅਸੀਂ ਬਹੁਤ ਕੁਝ ਸਾਰੀ ਜ਼ਿੰਦਗੀ ਲਾ ਦਿੱਤੀ, ਘਰ ਘੁਰ ਬਣਾ ਕੇ ਉਹਨਾਂ ਨੂੰ ਦੇ ਦਿੱਤੇ ਨੇ, ਤੇ ਆਪ ਹੁਣ ਉੱਥੇ ਨਾ ਜਿਹੜੇ ਉਹ ਰਿਹੈਬ ਤੇ ਜਿਹੜੇ ਉਹ ਸੀਨੀਅਰ ਸਿਟੀਜ਼ਨ ਨੂੰ ਨਹੀਂ ਘਰ ਛੋਟੇ ਛੋਟੇ ਮਿਲ ਜਾਂਦੇ, ਉਹਨਾਂ 'ਚ ਰਹਿਣ ਡਏ ਨੇ, ਤੇ ਵੱਡੇ ਵੱਡੇ ਘਰ ਆਪਣੇ ਬੱਚਿਆਂ ਨੂੰ ਲੈ ਕੇ ਦੇ ਦਿੱਤੇ ਨੇ, ਆਪ ਉੱਥੇ ਮਰਨ ਡਏ ਨੇ। ਤੇ ਮੈਂ ਕਹਿੰਦਾ ਹੁੰਨਾ ਵੀ ਤੁਸੀਂ ਇੰਨਾ ਕੁਛ ਉਹਨਾਂ ਲਈ ਕੀਤਾ, ਕੁਛ ਆਪਣੇ ਲਈ ਵੀ ਕਰ ਲਓ। ਆਪਣੇ ਲਈ ਕੀ ਕਰਨਾ, ਆਓ ਮਿਲ ਬਹਿ ਕੇ ਗੁਰਬਾਣੀ ਦੀ ਵਿਚਾਰ ਕਰ ਲਈਏ। ਮੈਂ ਹੁਣ ਜੋ ਬੋਲਿਆ ਅੱਜ ਦੀ ਦਿਹਾੜੀ, ਹੁਣ ਦੇ ਸਮੇਂ, ਜੇ ਤੁਹਾਡੇ ਕੋਲ ਇੰਗਲਿਸ਼ ਦਾ ਇੰਨਾ ਵਧੀਆ ਉਹ ਹੈਗਾ ਕੀ ਉਹਨੂੰ ਆਂਦੇ ਹੁੰਦੇ ਨੇ ਗੁਣ, ਤੇ ਤੁਸੀਂ ਅੱਜ ਦੀ ਕਥਾ ਨੂੰ ਇੰਗਲਿਸ਼ ਵਿੱਚ ਕਨਵਰਟ ਕਰਕੇ ਲੋਕਾਂ ਤੱਕ ਕਿਉਂ ਨਹੀਂ ਪਹੁੰਚਾਉਂਦੇ? ਤੁਸੀਂ ਇਹ ਕੰਮ ਕਿਉਂ ਨਹੀਂ ਕਰਦੇ? ਜਦ ਤੁਹਾਨੂੰ ਕਰਨਾ ਆਉਂਦਾ ਕਿਉਂ ਨਹੀਂ ਕਰਦੇ? ਬਸ ਆਹ ਗੱਲ ਮੈਂ ਕਿੰਨਿਆਂ ਨੂੰ ਆਖੀ, ਪਰ ਕਿਸੇ ਦੀ ਹਿੰਮਤ ਨਹੀਂ ਪਈ। ਮੈਨੂੰ ਲਾਰੇ ਲੱਪੇ ਲਾਏ ਬਹੁਤਿਆਂ ਨੇ, ਹਾਂਜੀ ਕੱਲ ਆਵਾਂਗੇ, ਪਰਸੋਂ ਆਵਾਂਗੇ, ਤੁਸੀਂ ਕਰਾਉਣਾ ਕੀ? ਮੈਂ ਤੁਹਾਡੇ ਤੋਂ ਖੂਹ ਗੜਵਾਉਣਾ? ਮੈਂ ਕੁਛ ਨਹੀਂ ਕਰਾਉਣਾ ਤੁਹਾਡੇ ਤੋਂ। ਮੈਂ ਤੁਹਾਨੂੰ ਇੱਕ ਜਪਜੀ ਸਾਹਿਬ ਦੀ ਪੰਕਤੀ ਦੇ ਅਰਥ ਕਰਕੇ ਦੇ ਦਿਆਂਗਾ, ਤੁਸੀਂ ਇੰਗਲਿਸ਼ ਵਿੱਚ ਕਨਵਰਟ ਕਰ ਦਿਓ ਉਹਨੂੰ, ਤੇ ਇੱਥੇ ਕਿਸੇ ਅਖਬਾਰ 'ਚ ਛਪਵਾ ਦਿਓ ਇੰਗਲਿਸ਼ ਵਿੱਚ, ਉਹ ਲੋਕਾਂ ਤੱਕ ਪਹੁੰਚੇ ਵੀ ਗੁਰੂ ਨਾਨਕ ਆ ਕਹਿ ਰਹੇ ਨੇ। ਇੰਨੀ ਗੱਲ ਮੈਂ ਕਹਿਣਾ, ਹੋਰ ਮੈਂ ਤੁਹਾਡੇ ਤੋਂ ਕੀ ਕਰਾਉਣਾ ਦੱਸੋ? ਪਰ ਨਹੀਂ, ਹਿੰਮਤ ਨਹੀਂ ਕਿਸੇ ਵਿੱਚ ਪਈ, ਕਿਸੇ ਨੇ ਹਾਮੀ ਨਹੀਂ ਭਰੀ। ਸੋ ਚਲੋ ਮੈਂ ਉਸ ਪਾਸੇ ਨਾ ਜਾਵਾਂ। ਹਾਂ, ਤੇ ਅਖੀਰ ਤੇ ਆਪਾਂ ਕਰਦੇ ਹਾਂ ਕਬਹੂ ਬੇਤਾ ਬ੍ਰਹਮ ਵਿਚਾਰ। ਕਦੇ ਨਾ ਇਹ ਬ੍ਰਹਮ ਦਾ ਬੇਤਾ ਹੁੰਦਾ ਵਾਹਿਗੁਰੂ ਜੀ ਨੂੰ ਜਾਣਨਹਾਰ, ਵੀ ਕਦੀ ਕਦੀ ਇਹ ਵਾਹਿਗੁਰੂ ਜੀ ਨੂੰ ਜਾਣਨਹਾਰ ਬਣ ਜਾਂਦਾ ਹੈ, ਵਾਹਿਗੁਰੂ ਜੀ ਦੀਆਂ ਗੱਲਾਂ ਕਰਦਾ ਹੈ। ਤੇ ਫਿਰ ਕਈ ਵਾਰੀ ਤੇ ਇਸ ਤਰ੍ਹਾਂ ਆਖਦਾ ਮੈਂ ਸਭ ਜਾਣਦਾ ਹਾਂ। ਅੱਜ ਕੱਲ੍ਹ ਛੋਟੇ ਛੋਟੇ ਬੱਚੇ ਨਾ, ਮੈਂ ਕਈ ਵਾਰੀ ਹੈਰਾਨ ਰਹਿਣਾ, ਆਈ ਨੋ ਐਵਰੀਥਿੰਗ, ਇਸ ਤਰ੍ਹਾਂ ਹੀ ਬੋਲਦੇ ਨੇ ਉਹ। ਮੈਂ ਕਹਿੰਦਾ ਵੀ ਮੇਰੇ 60-65 ਸਾਲ ਲੰਘ ਗਏ ਨੇ ਤੇ ਮੈਨੂੰ ਹੁਣ ਲੱਗਣ ਲੱਗ ਪਿਆ ਆਈ ਡੋਂਟ ਨੋ ਐਨੀਥਿੰਗ। ਪਰ ਤੁਸੀਂ ਕਹਿ ਰਹੇ ਹੋ, ਕੱਲ ਜੰਮ ਕੇ ਕਹਿ ਰਹੇ ਹੋ ਅਸੀਂ ਸਾਰਾ ਕੁਝ ਜਾਣਦੇ ਹਾਂ। ਇਹ ਕਿਵੇਂ ਹੋ ਗਿਆ? ਫਿਰ ਮੈਨੂੰ ਸੁਕਰਾਤ ਦਾ ਚੇਤਾ ਆ ਜਾਂਦਾ। ਸੁਕਰਾਤ ਕਹਿੰਦਾ ਸੀ, ਉਹਨੂੰ ਨਾ ਕੁਝ ਸਿਆਣੇ ਲੋਕ ਉੱਥੇ ਜੇਲ੍ਹ ਵਿੱਚ ਬੈਠਾ ਸੀ ਨਾ, ਜਿੱਦਣ ਉਹਨੂੰ ਮਾਰਨਾ ਸੀ ਜ਼ਹਿਰ ਦੇ ਕੇ। ਉਹ ਚੰਗਿਆਂ ਬੰਦਿਆਂ ਨੂੰ ਆਪਾਂ ਮਾਰਿਆ ਹੀ ਏ। ਗੁਰੂ ਤੇਗ ਬਹਾਦਰ ਸਾਹਿਬ ਨੇ, ਗੁਰੂ ਅਰਜਨ ਮਹਾਰਾਜ ਜੀ ਨੇ ਕੀ ਵਿਗਾੜਿਆ ਸੀ? ਚੰਗਿਆਂ ਬੰਦਿਆਂ ਨੂੰ ਹੀ ਮਾਰਿਆ ਆਪਾਂ, ਮਨੁੱਖਤਾ ਨੇ। ਮਾੜੇ ਨੂੰ ਤੇ ਕਿਸੇ ਨੂੰ ਮਾਰਨ ਨੂੰ ਸਾਡਾ ਹੀਆ ਵੀ ਨਹੀਂ ਪੈਂਦਾ ਵੀ ਅੱਗੋਂ ਉਹ ਵੀ ਮਾਰੇਗਾ। ਸੁਕਰਾਤ ਵੀ ਇੱਕ ਭਲਾ ਆਦਮੀ ਸੀ, ਸੰਤ ਸੀ। ਉਹਨੂੰ ਜ਼ਹਿਰ ਦੇ ਕੇ ਮਾਰਿਆ ਇਹਨਾਂ ਲੋਕਾਂ ਨੇ। ਤੇ ਜਿੱਦਣ ਉਹਨੂੰ ਉਹਦਾ ਅੰਤ ਸਮਾਂ ਆਇਆ ਸੀ ਨਾ, ਤੇ ਉਹਦੇ ਕੋਲ ਕੁਛ ਲੋਕ ਉਹਦੇ ਇਲਾਕੇ ਦੇ ਨਾ ਇਕੱਠੇ ਹੋ ਕੇ ਗਏ ਸਨ। ਤੇ ਉਹਨੇ ਪੁੱਛਿਆ ਵੀ ਤੁਸੀਂ ਕਿਵੇਂ ਆਏ ਜੇ? ਸੁਕਰਾਤ ਆਖਣ ਲੱਗਾ ਵੀ ਉਹ ਬੰਦੇ ਆਖਣ ਲੱਗੇ ਜਿਹੜੇ 5-7-10 ਆਏ ਸਨ ਵੀ ਅਸੀਂ ਤੇਰਾ ਧੰਨਵਾਦ ਕਰਨਾ ਹੈ, ਵੀ ਤੇਰਾ ਸਮਾਂ ਨੇੜੇ ਆ ਗਿਆ, ਹੁਣ ਕੱਲ ਪਰਸੋਂ ਇਹਨਾਂ ਨੇ ਤੈਨੂੰ ਜ਼ਹਿਰ ਦੇ ਕੇ ਮਾਰ ਦੇਣਾ ਹੈ, ਤੇ ਸਾਨੂੰ ਸਾਰੀ ਜ਼ਿੰਦਗੀ ਤੂੰ ਬੜੀਆਂ ਚੰਗੀਆਂ ਗੱਲਾਂ ਸੁਣਾਈਆਂ ਨੇ, ਸਾਰੀ ਜ਼ਿੰਦਗੀ ਸਾਨੂੰ ਤੂੰ ਬੜਾ ਗਿਆਨ ਬਖਸ਼ਿਆ, ਸਾਨੂੰ ਵਹਿਮਾਂ ਭਰਮਾਂ ਚੋਂ, ਕਰਮ ਕਾਂਡਾਂ ਚੋਂ ਕੱਢ ਕੇ ਸਾਨੂੰ ਭਲੇ ਪਾਸੇ ਤੂੰ ਲਾਇਆ ਹੈ। ਅਸੀਂ ਤੇਰਾ ਧੰਨਵਾਦ ਕਰਨ ਆਏ ਹਾਂ। ਤੈਨੂੰ ਹੁਣ ਅਸੀਂ ਕੁਝ ਦੇ ਨਹੀਂ ਸਕਦੇ, ਅਸੀਂ ਤੇਰੇ ਲਈ ਕੁਝ ਕਰ ਨਹੀਂ ਸਕਦੇ, ਬਸ ਇੰਨਾ ਕੁ ਅਸੀਂ ਕਰ ਸਕਦੇ ਸਾਂ, ਅਸੀਂ ਕਰਨ ਆਏ ਹਾਂ ਕਿ ਤੇਰਾ ਧੰਨਵਾਦ ਕਰੀਏ। ਤੇਰੇ ਜਿਹਾ ਗਿਆਨੀ ਸਾਡੇ ਇਸ ਪੂਰੇ ਇਲਾਕੇ 'ਚ ਕੋਈ ਨਹੀਂ। ਜਿਹੜੇ ਸੁਕਰਾਤ ਨੇ ਬਚਨ ਆਖੇ ਕਮਾਲ ਦੇ ਨੇ। ਆਖਣ ਲੱਗਾ, ਜਿਹੜਾ ਭੁਲੇਖਾ ਤੁਹਾਨੂੰ ਹੁਣ ਪਿਆ ਹੈ ਨਾ, ਇਹੋ ਹੀ ਭੁਲੇਖਾ ਕਦੀ ਮੈਨੂੰ ਵੀ ਹੁੰਦਾ ਸੀ ਕਿ ਮੈਂ ਗਿਆਨੀ ਹਾਂ, ਪਰ ਮੇਰਾ ਭੁਲੇਖਾ ਰੱਬ ਨੇ ਕੱਢ ਦਿੱਤਾ।
मैं कोई ज्ञानी नहीं हाँ। सोचा था अमल से, सोचा था इल्म से कुछ जानेंगे, जाना तो ये जाना कि जाना कुछ भी नहीं। बस आ गल जिद्दन समझ आ गई, असी निमरता विच आपे ही आ जाना, लियाउण दी लोड़ ही नहीं पैनी, किसी नूं आखण दी लोड़ ही नहीं पैनी। जिद्दन ये खाने गल पै गई कि मैनूं कुछ भी नहीं आउंदा, मैनूं पता ही कुछ नहीं, उस दिन निमरता ही बाकी रहनी। हो रहना की है? हंकार तो इसे गल दा कि मैनूं सारा कुछ ही आउंदा है, मैं सारा गुरु ग्रंथ साहिब पढ़िया होया, मैनूं सारा ही आउंदा है। कईयां नूं ये होया भी बस हुण ना ही गल करिए, बड़ा ही कुछ होया है सानूं सारिआं नूं। ते मेरा मनना है कि सानूं सारिआं नूं इस चिक्कड़ चों निकल जाना चाहिए। भाई मैं तुहाडे अगे हत्थ जोड़दा, निकल चलीए इन्हां कर्म कांडां चों, इन्हां वहिमां भरमां चों, इस ज्ञान दे अहंकार विचों, इस नाम सिमरन दे अहंकार विचों, इस नितनेम दे अहंकार विचों निकल जाइए। सानूं बहुत लोकां नूं इहो ही हंकार जी। सो इहदे चों निकल जाइए, तकड़े हो के निकल जाओ, चंगे रह जाओगे, मैं भी ते तुसीं भी। सो फिर पता नहीं आ गल्लां मैं तुहानूं कदी कह पावांगा कि नहीं, तुसीं मेरे कोलों कदी सुन पाओगे कि नहीं, पता नहीं। वाहगुरू दियां वाहगुरू जाने, पर कदी याद ते करिया ही करोगे कि कुछ कहिंदा सी, असीं उदों मन लैंदे शायद चंगा हुंदा। सो आओ असीं अखीर ते करदे कबहू बेता ब्रह्म विचार। कदी ये ब्रह्म नूं विचारन वाला, ब्रह्म दी विचार करन वाला, ब्रह्म दा बेता, ब्रह्म नूं जानन वाला बन जांदा है। पर गुरु नानक, गुरु अर्जन देव महाराज जी दा मनना है, नानक आप मिलावनहार। चाहे कोई ब्रह्म दा बेता होवे ते चाहे कोई अज्ञानी होवे, चाहे कोई उच्चा चढ़िया होवे ते चाहे कोई थल्ले डिग्गिया होवे, बस जिहदे उत्ते उन्हें दया कर देनी, उन्होंने उन्हें मिला लेना है। वो आप ही सबनां नूं अपने विच मिलाउण दी समर्था रखदा है। लेकिन ये गल ते सियाणे कहिंदे ने, खजाने च उहनूं पाया जांदा जिहड़ा खरा सिक्का हुंदा, खोटे नूं नहीं जे पाया जांदा। ये पक्की गल जी। खोटे सिक्के नूं कोई खजाने विच खजानची नहीं जे रखण दी राजी, ते रब किवें रखेगा? खरा खरा जिद्दण असीं खरे बन गए, आखण दी पुछण दी लोड़ नहीं, उन्हें खजाने च आपे ही पा लेना। ते जिन्ना चिर खोटे आ उन्ना चिर उन्हें बाहर सुट्टिया ही होया। असीं हुण खोटे हो समझ के सानूं बाहर सुट्टिया होया उन्हें। बस यतन करिए, खरे हो जाइए। जिद्दन खरे हो गए, खजानची फड़ेगा ते अपने खजाने सानूं रख लेगा। ते अखीर विच मैं गुरु चौथे पातशाह दे बचनां नाल अज दी विचार समाप्त करदा। गुरु साहब आखदे ने, राम नाम इस जुग में तुलहा, जम काल नेड़ ना आवे। परमात्मा दा नाम, ये संसार जिहड़ा मानो एक समुंदर की तरह है, पानी नाल भरिया होया है, विकारां दीयां छल्लां वड्डियां वड्डियां वज रहीआं ने, काम क्रोध की घुम्मण घेरी च असीं सारे फसे हुए लोग हाँ। पर एक तुलहा भी हैगा है, जे बच के आपां निकलना चाहिए। एक तुलहा, तुलहा पता की हुंदा? जिहड़ा पुराने समय च ना एक लकड़ियां दा गट्ठा जिहा बन लैंदे सी, ਉਹਦੇ ਉੱਤੇ ਲੋਕੀ ਬਹਿ ਕੇ ਨਦੀ ਤੋਂ ਪਾਰ ਹੋ ਜਾਂਦੇ ਸੀ। ਸ਼ਤੀਰੀਆਂ ਜੀਆਂ ਜਾਂ ਗੋਲ ਲੱਕੜੀਆਂ ਜੀਆਂ ਦਾ ਗੱਠਾ ਜਿਹਾ ਬੰਨ੍ਹ ਲੈਣਾ, ਉਹਦੇ ਉੱਤੇ ਬਹਿ ਕੇ ਤੇ ਨਦੀ ਤੋਂ ਪਾਰ ਹੋ ਜਾਣਾ, ਉਹਨੂੰ ਤੁਲਹਾ ਕਹਿੰਦੇ ਨੇ। ਇਸ ਭਵ ਸਾਗਰ ਸੰਸਾਰ ਨੂੰ ਪਾਰ ਕਰਨ ਲਈ ਤੁਲਹਾ ਕਿਹੜਾ ਹੈ? ਗੁਰੂ ਚੌਥੇ ਪਾਤਸ਼ਾਹ ਆਖਦੇ ਨੇ, ਰਾਮ ਨਾਮ। ਪਰਮਾਤਮਾ ਦਾ ਨਾਮ ਇਸ ਭਵ ਸਾਗਰ ਨੂੰ ਪਾਰ ਕਰ ਜਾਣ ਵਾਸਤੇ एक तुलहा है। बेड़ी आख लो, जहाज आख लो, शिप कह लो अज दी भाषा विच, ये है। नानक गुरमुख राम पछाता, कर किरपा आप मिलावै। जिन्हां ने गुरु दी राही प्रभु नूं पहचान लिया, अपनी किरपा करके वाहिगुरू जी उन्हां नूं अपने नाल मिला लैंदे हन। सो आपां राम नाम दे बेड़े ते सवार होइए, तुलहा बना लईए। बनिया तो होया ही, आपां ते उत्ते सवार ही होना है। बस उत्ते सवार हो जाइए। फिर वाहिगुरू नाम जहाज है, चढ़े सो उतरे पार। जिहड़ा चढ़ गया वो पार ही उतरेगा, उन्होंने राह विच कदी नहीं कोई उतारेगा। क्योंकि
ਇਹ ਗੁਰੂ ਨਾਨਕ ਦੇ ਘਰ ਦਾ ਦਸਤੂਰ ਹੈ ਕਿ ਜਿੰਨੇ ਇੱਕ ਵਾਰੀ ਹਾਮੀ ਭਰ ਲਈ, ਬਸ ਭਰ ਲਈ, ਬਸ ਹਾਂ ਕਹਿਤੀ ਤੇ ਕਹਿਤੀ। ਯਤਨ ਕਰੀਏ, ਗੁਰੂ ਨਾਨਕ ਸਾਹਿਬ ਦਾ ਪੱਲਾ ਫੜ ਲਈਏ, ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਲੜ ਫੜ ਲਈਏ, ਇਹਨੂੰ ਸਹਿਜੇ ਸਹਿਜੇ ਵਿਚਾਰ ਕੇ ਜ਼ਿੰਦਗੀ ਵਿੱਚ ਅਮਲ ਵਿੱਚ ਲਿਆਈਏ। ਮੈਂ ਵੀ ਕੋਸ਼ਿਸ਼ ਕਰ ਰਿਹਾ ਕਿ ਮੈਂ ਬਾਣੀ ਨੂੰ ਅਮਲ ਵਿੱਚ ਲਿਆਵਾਂ, ਤੁਸੀਂ ਵੀ ਕੋਸ਼ਿਸ਼ ਕਰੋ, ਸਾਰੇ ਜਣੇ ਮਿਲ ਕੇ ਆਪਾਂ ਕਰੀਏ ਤੇ ਫਿਰ ਆਪਣਾ ਇਹ ਮਨੁੱਖਾ ਜੀਵਨ ਜਿਹੜਾ ਹੈ ਇਹ ਸਫਲ ਜੀਵਨ ਬਣ ਜਾਏਗਾ। ਇੰਨੇ ਸ਼ਬਦਾਂ ਨਾਲ ਹੋਈਆਂ ਭੁੱਲਾਂ ਦੀ ਖਿਮਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।